10ਵੀਂ ਜਮਾਤ ਦੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਸਾਰਿਆਂ ਦਾ ਮੈਥਸ ਵਿਸ਼ੇ ਦਾ ਜੁਲਾਈ ਮਹੀਨੇ ਦਾ ਬਾਈ ਮੰਥਲੀ ਐਗਜ਼ਾਮ ਸੀ। ਮੈਨੂੰ ਉਮੀਦ ਹੈ ਕਿ ਤੁਹਾਡਾ ਅੱਜ ਦਾ ਐਗਜ਼ਾਮ ਬਹੁਤ ਵਧੀਆ ਰਿਹਾ ਹੋਵੇਗਾ। ਹੁਣ ਅਸੀਂ ਅੱਜ ਦੇ ਐਗਜ਼ਾਮ ਦਾ ਸੋਲਿਊਸ਼ਨ ਡਿਸਕਸ ਕਰਨ ਜਾ ਰਹੇ ਹਾਂ। ਇਹ ਸੋਲਿਊਸ਼ਨ ਤੁਹਾਨੂੰ ਹੈਲਪ ਕਰੇਗਾ ਇਵੈਲੂਏਟ ਕਰਨ ਵਿੱਚ ਕਿ ਅੱਜ ਦੇ ਐਗਜ਼ਾਮ ਵਿੱਚ ਤੁਸੀਂ ਕਿੰਨੇ ਅੰਕ ਪ੍ਰਾਪਤ ਕਰ ਸਕੋਗੇ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਈ ਡਾਊਟਫੁਲ ਕੁਐਸਚਨਸ ਰਹੇ ਹੋਣਗੇ ਅੱਜ ਦੇ ਐਗਜ਼ਾਮ ਵਿੱਚ, ਉਹਨਾਂ ਨੂੰ ਸਮਝਣ ਵਿੱਚ ਤੁਹਾਡੀ ਹੈਲਪ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੈਥਸ ਦੇ ਐਗਜ਼ਾਮ ਵਿੱਚ ਤੁਸੀਂ ਉਹਨਾਂ ਗਲਤੀਆਂ ਤੋਂ ਪਰਹੇਜ਼ ਕਰ ਸਕੋਗੇ। ਚਲੋ ਅੱਜ ਅਸੀਂ ਡਿਸਕਸ ਕਰਨ ਲੱਗੇ ਹਾਂ ਜੀ। ਫਸਟ ਕੁਐਸਚਨ ਹੀ ਅੱਜ ਦੇ ਐਗਜ਼ਾਮ ਦਾ, Euclid's division lemma state that for any positive integers a and b, there must be unique positive integers q and r such that a equal bq plus r, where r must satisfy which of the following conditions। ਇਹ ਕੁਐਸਚਨ ਯੂਕਲਿਡ ਡਿਵੀਜ਼ਨ ਲੈਮਾ ਦੇ ਉੱਤੇ ਆਧਾਰਿਤ ਸੀ। ਯੂਕਲਿਡ ਡਿਵੀਜ਼ਨ ਲੈਮਾ ਦੀ ਮੈਥਮੈਟੀਕਲ ਫਾਰਮ ਸਾਡੇ ਕੋਲ ਹੁੰਦੀ ਹੈ a ਪਲਸ ਬੀ ਕਿਊ ਪਲਸ ਆਰ। ਇਸ ਵਿੱਚ a ਸਾਡੇ ਕੋਲ ਡਿਵੀਡੈਂਡ ਹੁੰਦਾ ਹੈ ਅਤੇ b ਸਾਡੇ ਕੋਲ ਡਿਵਾਈਜ਼ਰ ਹੁੰਦਾ ਹੈ, q ਸਾਡੇ ਕੋਲ ਕੁਸ਼ਚੈਂਟ ਹੁੰਦਾ ਹੈ ਅਤੇ r ਸਾਡੇ ਕੋਲ ਰਿਮਾਈਂਡਰ ਹੁੰਦਾ ਹੈ। ਅਸੀਂ ਇਸ ਕੁਐਸਚਨ ਵਿੱਚ ਰਿਮਾਈਂਡਰ ਦੀ ਵੈਲਿਊਜ਼ ਦੀ ਰੇਂਜ ਦੱਸਣੀ ਸੀ ਕਿ ਰਿਮਾਈਂਡਰ ਦੀ ਵੈਲਿਊ ਉਹ ਕੀ ਹੋ ਸਕਦੀ ਹੈ, ਕੀ ਪੋਸੀਬਲ ਵੈਲਿਊਜ਼ ਹੁੰਦੀਆਂ ਰਿਮਾਈਂਡਰ ਦੀਆਂ ਕਿਸੇ ਵੀ ਦੋ ਨੰਬਰਸ ਨੂੰ ਡਿਵਾਈਡ ਕਰਨ 'ਤੇ। ਦੇਖੋ ਰਿਮਾਈਂਡਰ ਦੀ ਜਿਹੜੀ ਵੈਲਿਊਜ਼ ਹੈ ਉਹ ਜਾਂ ਤਾਂ ਸਾਡੇ ਕੋਲ 0 ਹੋ ਸਕਦੀ ਹੈ, ਠੀਕ ਹੈ ਜੀ। ਰਿਮਾਈਂਡਰ ਸਾਡੇ ਕੋਲ ਜਦੋਂ ਅਸੀਂ ਦੋ ਨੰਬਰਸ ਨੂੰ ਡਿਵਾਈਡ ਕਰਦੇ ਹਾਂ, ਅਗਰ ਉਹ ਕੰਪਲੀਟਲੀ ਡਿਵਾਈਡ ਹੋ ਜਾਂਦੇ ਆ, ਲਾਈਕ 4 ਨੂੰ ਜੇਕਰ ਅਸੀਂ 2 ਨਾਲ ਡਿਵਾਈਡ ਕਰਦੇ ਹਾਂ ਤਾਂ ਉਹ ਕੰਪਲੀਟਲੀ ਡਿਵਾਈਡ ਹੋ ਜਾਂਦਾ ਹੈ ਅਤੇ ਸਾਡੇ ਕੋਲ ਜਿਹੜਾ ਰਿਮਾਈਂਡਰ ਆਉਂਦਾ ਹੈਗਾ ਉਹ ਕੀ ਆਉਂਦਾ ਹੈ 0। ਸੋ ਰਿਮਾਈਂਡਰ ਦੀ ਵੈਲਿਊ 0 ਹੋ ਸਕਦੀ ਹੈ। ਅਤੇ ਇੱਕ ਹੋਰ ਚੀਜ਼ ਹੈ ਕਿ ਰਿਮਾਈਂਡਰ ਹਮੇਸ਼ਾ ਪੋਜ਼ੀਟਿਵ ਹੁੰਦਾ, ਠੀਕ ਹੈ। ਦੈਟ ਮੀਨਸ ਗ੍ਰੇਟਰ ਦੈਨ 0 ਹੁੰਦਾ ਹੈ। ਰਿਮਾਈਂਡਰ ਸਾਡੇ ਕੋਲ ਕਦੀ ਨੈਗੇਟਿਵ ਨਹੀਂ ਹੋ ਸਕਦਾ, ਠੀਕ ਹੈ। ਸੈਕਿੰਡ ਪੋਸੀਬਿਲਿਟੀ ਹੈ। ਅਤੇ ਥਰਡ ਪੋਸੀਬਿਲਿਟੀ ਇਹ ਹੈ ਕਿ ਜਿਹੜਾ ਰਿਮਾਈਂਡਰ ਹੁੰਦਾ ਹੈ ਉਹਦੀ ਵੈਲਿਊ ਹਮੇਸ਼ਾ ਡਿਵਾਈਜ਼ਰ ਲਈ ਅਸੀਂ ਯੂਜ਼ ਕੀਤਾ ਸੀ b, ਠੀਕ ਹੈ। ਡਿਵਾਈਜ਼ਰ ਤੋਂ ਹਮੇਸ਼ਾ ਰਿਮਾਈਂਡਰ ਦੀ ਵੈਲਿਊ ਹਮੇਸ਼ਾ ਛੋਟੀ ਹੁੰਦੀ ਹੈ, ਠੀਕ ਹੈ। ਐਗਜ਼ਾਮਪਲ ਲੈ ਕੇ ਦੇਖ ਲੈਂਦੇ ਹਾਂ। ਮੰਨ ਲਓ ਸਾਡੇ ਕੋਲ ਕੋਈ ਨੰਬਰ ਹੈਗਾ 42, ਉਸਨੂੰ ਅਸੀਂ 5 ਨਾਲ ਡਿਵਾਈਡ ਕਰ ਰਹੇ ਹਾਂ, ਠੀਕ ਹੈ। 5 8 40, ਰਿਮਾਈਂਡਰ ਆ ਗਿਆ ਸਾਡੇ ਕੋਲ 2। ਇਹ ਜਿਹੜਾ ਰਿਮਾਈਂਡਰ ਹੈ ਇਹ ਹਮੇਸ਼ਾ ਡਿਵਾਈਜ਼ਰ ਤੋਂ ਛੋਟਾ ਹੋਏਗਾ। ਦੇਖੋ 2 ਜਿਹੜਾ ਵਾ ਸਾਡੇ ਕੋਲ 5 ਤੋਂ ਛੋਟਾ ਹੈ। ਸੋ ਸਾਡੇ ਕੋਲ 3 ਕੰਡੀਸ਼ਨਸ ਹੈ ਰਿਮਾਈਂਡਰ ਦੀਆਂ ਕਿ ਪਹਿਲੀ ਕੰਡੀਸ਼ਨ ਕਿ ਰਿਮਾਈਂਡਰ 0 ਹੋ ਸਕਦਾ ਹੈ, ਦੂਸਰੀ ਰਿਮਾਈਂਡਰ ਹਮੇਸ਼ਾ ਅਗਰ 0 ਨਹੀਂ ਹੈ ਤਾਂ ਉਹ ਕੀ ਹੋਏਗਾ 0 ਤੋਂ ਵੱਡਾ ਹੋਏਗਾ ਪਰ ਨੈਗੇਟਿਵ ਨੰਬਰ ਨਹੀਂ ਹੋ ਸਕਦਾ। ਸੋ ਰਿਮਾਈਂਡਰ ਕੀ ਹੋਏਗਾ ਗ੍ਰੇਟਰ ਦੈਨ 0। ਤੀਸਰਾ ਕਿ ਰਿਮਾਈਂਡਰ ਦੀ ਵੈਲਿਊ ਹਮੇਸ਼ਾ ਆਪਣੇ ਡਿਵਾਈਜ਼ਰ ਤੋਂ ਛੋਟੀ ਹੁੰਦੀ ਹੈ। ਸੋ ਤਿੰਨੋਂ ਕੰਡੀਸ਼ਨਸ ਨੂੰ ਅਗਰ ਕੰਬਾਈਨ ਕਰੀਏ ਤਾਂ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ 0 ਲੈਸ ਦੈਨ ਈਕੁਅਲਸ ਟੂ r ਲੈਸ ਦੈਨ b, ਕਿ ਰਿਮਾਈਂਡਰ 0 ਤੋਂ ਵੱਡਾ ਹੈ ਜਾਂ 0 ਦੇ ਬਰਾਬਰ ਹੈ ਪਰ ਰਿਮਾਈਂਡਰ ਜਿਹੜਾ ਆਪਣੇ ਡਿਵਾਈਜ਼ਰ ਤੋਂ ਛੋਟਾ ਹੈ। ਸੋ ਇਸ ਵਿੱਚ ਸਾਡੇ ਕੋਲ ਆਪਸ਼ਨ ਨੰਬਰ 3 ਕਰੈਕਟ ਸੀ। ਇਸ ਤੋਂ ਬਾਅਦ ਸਾਡੇ ਕੋਲ ਸੈਕਿੰਡ ਕੁਐਸਚਨ ਸੀ ਹਾਊ ਮੈਨੀ ਫੈਕਟਰਸ ਡਜ਼ ਅ ਪ੍ਰਾਈਮ ਨੰਬਰ ਹੈਵ, ਕਿ ਕਿਸੇ ਅਪਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਹਨ। ਦੇਖੋ ਅਪਾਜ ਸੰਖਿਆ ਦੀ ਡੈਫੀਨੇਸ਼ਨ ਇਹ ਕਹਿੰਦੀ ਹੈ ਕਿ ਜਿਸ ਦੇ 2 ਗੁਣਨਖੰਡ ਹੁੰਦੇ ਹਨ, 2 ਫੈਕਟਰਸ ਹੁੰਦੇ ਹਨ, ਸੰਖਿਆ ਆਪ ਅਤੇ 1, ਠੀਕ ਹੈ ਜੀ। 1 ਅਤੇ ਨੰਬਰ ਇਟਸੈਲਫ। ਸੋ ਸਾਡੇ ਕੋਲ 2 ਹੀ ਫੈਕਟਰਸ ਹੁੰਦੇ ਹਨ ਕਿਸੇ ਵੀ ਪ੍ਰਾਈਮ ਨੰਬਰ ਦੇ। ਐਗਜ਼ਾਮਪਲ ਲੈ ਕੇ ਦੇਖ ਸਕਦੇ ਹੋ। ਮੰਨ ਲਓ ਸਾਡੇ ਕੋਲ ਕੋਈ ਪ੍ਰਾਈਮ ਨੰਬਰ ਹੈ 7। ਹੁਣ 7 ਸਿਰਫ 2 ਹੀ ਪਹਾੜਿਆਂ 'ਚ ਆਉਂਦਾ, ਇੱਕ ਦੇ ਪਹਾੜੇ 'ਚ ਅਤੇ ਇੱਕ 7 ਦੇ ਪਹਾੜੇ 'ਚ। ਸੋ ਇਹਨਾਂ ਦੀ ਅਗਰ ਗਿਣਤੀ ਕਰੀਏ ਪ੍ਰਾਈਮ ਫੈਕਟਰਸ ਦੀ ਤਾਂ ਸਾਡੇ ਕੋਲ ਟੋਟਲ ਪ੍ਰਾਈਮ ਫੈਕਟਰਸ ਕਿੰਨੇ ਆ 2। ਸੋ ਪ੍ਰਾਈਮ ਨੰਬਰ ਦੇ ਸਾਡੇ ਕੋਲ
ਫੈਕਟਰਸ ਜਿਹੜੇ ਹੁੰਦੇ ਨੇ ਉਹ ਕੀ ਹੁੰਦੇ ਆ, ਸਿਰਫ ਕਿੰਨੇ ਫੈਕਟਰਸ ਹੁੰਦੇ ਆ, 2। ਸੋ ਇਹਦੇ ਵਿੱਚ ਆਪਸ਼ਨ ਏ ਕਰੈਕਟ ਸੀ। ਇਸ ਤੋਂ ਬਾਅਦ ਸਾਡੇ ਕੋਲ ਥਰਡ ਕੁਐਸਚਨ ਸੀ, ਵਾਟ ਇਜ਼ ਦੀ HCF ਆਫ 2 ਕੰਜ਼ੈਕਟਿਵ ਪ੍ਰਾਈਮ ਨੰਬਰਸ, ਕਿ ਜਿਹੜੀਆਂ 2 ਲਗਾਤਾਰ ਅਭਾਜ ਸੰਖਿਆਵਾਂ ਹੈ ਉਹਨਾਂ ਦਾ ਮਸਵ ਕੀ ਹੁੰਦਾ ਹੈ। ਸਭ ਤੋਂ ਪਹਿਲੇ ਤਾਂ ਅਸੀਂ ਪ੍ਰਾਈਮ ਨੰਬਰਸ ਲਿਖ ਲਏ, ਸਾਡੇ ਕੋਲ ਕਿਹੜੇ ਹੈਗੇ ਆ ਪ੍ਰਾਈਮ ਨੰਬਰਸ, ਯਾਨੀ ਕਿ ਜਿਹੜੇ ਕੇਵਲ ਆਪਣੇ ਪਹਾੜੇ 'ਚ ਆਉਂਦੇ, ਦੂਜਿਆਂ ਦੇ ਪਹਾੜੇ 'ਚ ਨਹੀਂ ਆਉਂਦੇ, ਦੂਸਰੇ ਨੰਬਰਸ ਦੇ ਪਹਾੜੇ 'ਚ ਨਹੀਂ ਆਉਂਦੇ, ਜਾਂ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਦੇ 2 ਫੈਕਟਰਸ ਹੁੰਦੇ ਆ, 1 ਤੇ ਨੰਬਰ ਆਪ। ਉਹ ਨੰਬਰ ਸਾਡੇ ਕੋਲ ਹੈਗੇ ਆ 2, 3, 5, 7। ਇੱਥੇ ਆ ਕੇ ਬੱਚੇ ਭੁਲੇਖਾ ਖਾਂਦੇ ਆ, 9 ਲਿਖਦੇ ਆ, ਜਦ ਕਿ 9 3 ਦੇ ਪਹਾੜੇ 'ਚ ਆਉਂਦਾ। ਸੋ ਅਸੀਂ 9 ਨਹੀਂ ਲਿਖਣਾ, ਠੀਕ ਹੈ। 7 ਤੋਂ ਬਾਅਦ ਅਗਲਾ ਪ੍ਰਾਈਮ ਫੈਕਟਰ ਹੁੰਦਾ 11, ਤੇ ਉਸ ਤੋਂ ਬਾਅਦ ਹੈਗਾ 13, ਉਸ ਤੋਂ ਬਾਅਦ 17 ਐਂਡ ਸੋ ਔਨ। ਆਪਾਂ ਕੋਈ 2 ਲਗਾਤਾਰ, ਕੰਜ਼ੈਕਟਿਵ ਦਾ ਮਤਲਬ ਹੈਗਾ ਲਗਾਤਾਰ, ਠੀਕ ਹੈ, ਇੱਕ ਤੋਂ ਬਾਅਦ ਅਗਲਾ 2 ਲਗਾਤਾਰ ਵਾਲੇ ਪ੍ਰਾਈਮ ਨੰਬਰਸ ਲੈਣੇ ਆ। ਜਿਵੇਂ ਕਿ ਮੈਂ 5 ਤੇ 7 ਲੈ ਲੈਂਦੀ ਹਾਂ, ਠੀਕ ਹੈ ਜੀ, ਤੁਸੀਂ ਜਿਹੜੇ ਮਰਜ਼ੀ ਲੈ ਸਕਦੇ ਹੋ, ਬਟ ਉਹ ਲਗਾਤਾਰ ਵਿੱਚ ਹੋਣੇ ਚਾਹੀਦੇ। ਅਸੀਂ 5 ਤੇ 13 ਨਹੀਂ ਚੂਜ਼ ਕਰ ਸਕਦੇ, 7 ਤੇ 13 ਨਹੀਂ ਚੂਜ਼ ਕਰ ਸਕਦੇ, ਲਗਾਤਾਰਤਾ ਵਿੱਚ ਨੇ 7 ਤੇ 11 ਚੂਜ਼ ਕਰ ਸਕਦੇ ਹਾਂ, 11 ਤੇ 13 ਚੂਜ਼ ਕਰ ਸਕਦੇ ਹਾਂ। ਲਗਾਤਾਰਤਾ ਵਿੱਚ ਅਸੀਂ ਪ੍ਰਾਈਮ ਨੰਬਰ ਲੈਣੇ ਆ। ਅਸੀਂ ਚੂਜ਼ ਕਰ ਲਿਆ 5 ਤੇ 7। ਹੁਣ ਅਗਰ ਅਸੀਂ ਇਹਨਾਂ ਦਾ HCF ਫਾਈਂਡ ਆਊਟ ਕਰਨਾ, HCF ਯਾਨੀ ਕਿ ਇਹਨਾਂ ਵਿੱਚ ਵੱਡੇ ਤੋਂ ਵੱਡਾ ਸਾਂਝਾ ਪਹਾੜਾ, 5 ਤੇ 7 ਦੇ ਵਿੱਚ ਵੱਡੇ ਤੋਂ ਵੱਡਾ ਸਾਂਝਾ ਪਹਾੜਾ ਸਿਰਫ 1 ਹੈ, 1 ਦਾ ਪਹਾੜਾ ਹੈ। ਸੋ ਇਹਦਾ ਮਤਲਬ ਇਹਨਾਂ ਦਾ HCF ਕੀ ਹੈਗਾ 1। ਤੁਸੀਂ ਕੋਈ ਵੀ 2 ਪ੍ਰਾਈਮ ਨੰਬਰਸ, ਕੰਜ਼ੈਕਟਿਵ ਪ੍ਰਾਈਮ ਨੰਬਰਸ ਲਓਗੇ ਤੇ ਉਹਨਾਂ ਦਾ HCF 1 ਹੀ ਆਏਗਾ, ਉਹਨਾਂ ਵਿੱਚ ਸਾਂਝਾ ਪਹਾੜਾ 1 ਦਾ ਹੀ ਹੋਏਗਾ। ਸੋ ਇਹਦੇ ਵਿੱਚ ਸਾਡੇ ਕੋਲ ਆਪਸ਼ਨ ਸੀ ਜਿਹੜਾ ਵਾ ਉਹ ਕਰੈਕਟ ਹੈ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਕੁਐਸਚਨ, ਫੋਰਥ ਕੁਐਸਚਨ ਸੀ, ਵਾਟ ਇਜ਼ ਦ ਡਿਗਰੀ ਆਫ ਲੀਨੀਅਰ ਪੋਲੀਨੋਮੀਅਲ। ਵੈਰੀ ਈਜ਼ੀ ਕੁਐਸਚਨ, ਕਿ ਰੇਖੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ। ਲੀਨੀਅਰ ਪੋਲੀਨੋਮੀਅਲ ਹੁੰਦਾ ਜਿਸ ਦੀ ਸਭ ਤੋਂ ਵੱਡੀ ਪਾਵਰ ਜਾਂ ਡਿਗਰੀ ਜਿਹੜੀ ਹੁੰਦੀ ਹੈ ਉਹਦੇ ਵਿੱਚ 1 ਹੁੰਦੀ ਹੈ। ਸੋ ਇਹਦੇ ਵਿੱਚ ਆਪਸ਼ਨ ਨੰਬਰ ਸੀ ਜਿਹੜਾ ਕਰੈਕਟ ਸੀ। ਉਸ ਤੋਂ ਬਾਅਦ ਸਾਡੇ ਕੋਲ ਫਿਫਥ ਕੁਐਸਚਨ ਸੀ, ਇਫ px ਈਕੁਅਲ ax ਸਕੁਅਰ ਪਲਸ bx ਪਲਸ c, ਠੀਕ ਹੈ। ਸਾਡੇ ਕੋਲ ਇੱਕ ਪੋਲੀਨੋਮੀਅਲ ਦਿੱਤਾ ਹੈ ਜਿਹਦੇ ਵਿੱਚ a 0 ਦੇ ਬਰਾਬਰ ਨਹੀਂ ਹੈ, ਯਾਨੀ ਕਿ x ਸਕੁਅਰ ਦਾ ਕੋਫੀਸ਼ੀਐਂਟ ਜਿਹੜਾ ਵੈ a ਉਹ 0 ਨਹੀਂ ਹੈਗਾ। ਦੈਟ ਮੀਨਸ ਉਹ 2 ਘਾਤੀ ਬਹੁਪਦ ਸੀ ਤੁਹਾਨੂੰ ਗਿਵਨ। ਤੁਸੀਂ ਦੱਸਣਾ ਸੀ ਕਿ c ਬਟਾ a ਦਾ ਕੀ ਰਿਲੇਸ਼ਨ ਹੋਏਗਾ ਇਸ ਪੋਲੀਨੋਮੀਅਲ ਦੀ ਜ਼ੀਰੋਜ਼ ਦੇ ਨਾਲ, ਠੀਕ ਹੈ। ਇਸ ਪੋਲੀਨੋਮੀਅਲ ਦੀ ਸਿਫਰਾਂ ਦੇ ਨਾਲ c ਬਾਏ a ਦਾ ਕੀ ਸੰਬੰਧ ਹੈ। ਜਦੋਂ ਸਾਡੇ ਕੋਲ ਕੋਈ ਕੁਆਡਰੇਟਿਕ ਪੋਲੀਨੋਮੀਅਲ ਹੁੰਦੀ ਹੈ ਲਾਈਕ px ਈਕੁਅਲ ax ਸਕੁਅਰ ਪਲਸ bx ਪਲਸ c, ਇਹਦੇ ਵਿੱਚ ਸਾਡੇ ਕੋਲ 2 ਰਿਲੇਸ਼ਨਸ ਆਉਂਦੇ ਨੇ। ਪਹਿਲਾ ਰਿਲੇਸ਼ਨ ਹੁੰਦਾ ਸਮ ਆਫ ਜ਼ੀਰੋਜ਼ ਦਾ, ਜਿਸ ਨੂੰ ਅਸੀਂ ਸਿਫਰਾਂ ਦਾ ਜੋੜ ਕਹਿੰਦੇ ਆ, ਉਹ ਹਮੇਸ਼ਾ ਸਾਡੇ ਕੋਲ ਬਰਾਬਰ ਹੁੰਦਾ -b ਬਾਏ a ਦੇ। ਅਤੇ ਦੂਸਰਾ ਸਾਡੇ ਕੋਲ ਰਿਜ਼ਲਟ ਆਉਂਦਾ ਹੈ ਪ੍ਰੋਡਕਟ ਆਫ ਜ਼ੀਰੋਜ਼ ਦਾ, ਉਹ ਸਾਡੇ ਕੋਲ ਆਉਂਦਾ c ਬਾਏ a, ਜਿਸ ਨੂੰ ਅਸੀਂ ਸਿਫਰਾਂ ਦੀ ਗੁਣਨਫਲ ਵੀ ਕਹਿੰਦੇ ਹਾਂ। ਅਤੇ ਸਾਨੂੰ ਕੁਐਸਚਨ ਵਿੱਚ c ਬਾਏ a ਬਾਰੇ ਪੁੱਛਿਆ ਗਿਆ ਹੈ। ਸੋ ਇਹਦੇ ਵਿੱਚ c ਬਾਏ a ਕਿਹਦੇ ਇਕੁਅਲ ਹੁੰਦਾ ਪ੍ਰੋਡਕਟ ਆਫ ਜ਼ੀਰੋਜ਼ ਦੇ। ਸੋ ਇਹਦੇ ਵਿੱਚ ਸਾਡੇ ਕੋਲ ਆਪਸ਼ਨ ਨੰਬਰ c ਕਰੈਕਟ ਸੀ। ਇਸ ਤੋਂ ਬਾਅਦ ਸਿਕਸਥ ਕੁਐਸਚਨ ਹੈ, ਫਾਈਂਡ ਦੀ ਨੰਬਰ ਆਫ ਜ਼ੀਰੋਜ਼ ਆਫ ਦੀ ਪੋਲੀਨੋਮੀਅਲ y ਈਕੁਅਲ px ਫਰੋਮ ਦੀ ਗ੍ਰਾਫ। ਗ੍ਰਾਫ ਤੋਂ ਪਤਾ ਕਰਨਾ ਸੀ ਦਿੱਤੇ ਹੋਏ ਗ੍ਰਾਫ ਤੋਂ ਪਤਾ ਕਰਨਾ ਸੀ ਕਿ ਸਾਡੇ ਕੋਲ ਜੋ ਪੋਲੀਨੋਮੀਅਲ ਹੈ, ਠੀਕ ਹੈ ਜੀ, ਪੋਲੀਨੋਮੀਅਲ ਦਾ ਗ੍ਰਾਫ ਜੋ ਗਿਵਨ ਹੈ ਉਹਦੀ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋਣਗੀਆਂ। ਅਸੀਂ ਅਗਰ ਗ੍ਰਾਫ ਨੂੰ ਧਿਆਨ ਨਾਲ ਦੇਖੀਏ ਤਾਂ ਸਾਡੇ ਕੋਲ ਗ੍ਰਾਫ ਵਿੱਚ x ਐਕਸਿਸ ਹੈ ਜੀ, y ਐਕਸਿਸ ਹੈ, ਅਤੇ ਇਹ ਜਿਹੜੀ ਕਰਵ ਬਣੀ ਦੀ ਹੈ ਇਹ ਸਾਡੇ ਕੋਲ ਗ੍ਰਾਫ ਹੈ px ਦਾ, ਠੀਕ। ਅਤੇ ਗ੍ਰਾਫ ਤੋਂ ਜਦੋਂ ਅਸੀਂ ਪਤਾ ਕਰਨਾ ਹੁੰਦਾ ਹੈ ਕਿ ਸਾਡੇ ਕੋਲ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੈਗੀਆਂ ਪੋਲੀਨੋਮੀਅਲ ਦੀਆਂ, ਅਤੇ ਜਿੰਨੀ ਵਾਰੀ ਉਹ ਗ੍ਰਾਫ x ਐਕਸਿਸ ਨੂੰ ਕੱਟ ਕਰੇਗਾ, ਜਿੰਨੇ ਬਿੰਦੂਆਂ 'ਤੇ ਉਹ ਗ੍ਰਾਫ x ਐਕਸਿਸ ਨੂੰ ਕੱਟ ਕਰੇਗਾ, ਉਨੇ ਹੀ ਸਾਡੇ ਕੋਲ ਨੰਬਰ ਆਫ ਜ਼ੀਰੋਜ਼ ਹੋਣਗੀਆਂ। ਹੁਣ ਧਿਆਨ ਨਾਲ ਦੇਖੀਏ ਤਾਂ ਸਾਡੇ ਕੋਲ ਆ ਜਿਹੜਾ ਦਿੱਤਾ ਹੋਇਆ ਗ੍ਰਾਫ ਹੈ ਉਹ x ਐਕਸਿਸ ਨੂੰ a ਪੁਆਇੰਟ 'ਤੇ ਯਾਨੀ ਕਿ ਇੱਕੋ ਵਾਰੀ ਕੱਟ ਕਰ ਰਿਹਾ, ਠੀਕ ਹੈ। ਸੋ ਇਹਦੇ ਵਿੱਚ ਨੰਬਰ ਆਫ ਜ਼ੀਰੋਜ਼ ਵੀ 1 ਹੋਣਗੀਆਂ। ਤੁਸੀਂ y ਐਕਸਿਸ ਵੱਲ ਧਿਆਨ ਨਹੀਂ ਦੇਣਾ ਕਿ y ਐਕਸਿਸ ਨੂੰ ਕਿੰਨੀ ਵਾਰੀ ਗ੍ਰਾਫ ਕੱਟ ਕਰਦਾ, ਠੀਕ ਹੈ। ਸਿਰਫ ਦੇਖਣਾ ਕਿ x ਐਕਸਿਸ ਨੂੰ ਕਿੰਨੀ ਵਾਰੀ ਕੱਟ ਕਰਦਾ, y ਨੂੰ ਇਗਨੋਰ ਕਰ ਦੇਣਾ, ਠੀਕ ਹੈ। ਜੋ ਵੀ ਤੁਹਾਨੂੰ ਪੋਲੀਨੋਮੀਅਲ ਦਾ ਗ੍ਰਾਫ ਦਿੱਤਾ ਹੋਏਗਾ ਉਸ ਨੂੰ ਦੇਖਣਾ ਹੈ ਕਿ ਉਹ x ਐਕਸਿਸ ਨੂੰ ਕਿੰਨੇ ਬਿੰਦੂਆਂ 'ਤੇ ਕੱਟ ਕਰਦਾ ਹੈ, ਉਨੇ ਹੀ ਤੁਹਾਡੇ ਕੋਲ ਨੰਬਰ ਆਫ ਜ਼ੀਰੋਜ਼
ਹੋਣਗੇ। ਸੋ ਇਹ ਇੱਕੋ ਵਾਰੀ ਕੱਟ ਕਰ ਰਿਹਾ, ਸੋ ਇਹਦੇ ਵਿੱਚ ਸਾਡੇ ਕੋਲ ਨੰਬਰ ਆਫ ਜ਼ੀਰੋਸ 1 ਹੈ। ਸੋ ਇਹਦੇ ਵਿੱਚ ਆਪਸ਼ਨ ਨੰਬਰ ਸਾਡੇ ਕੋਲ B ਕਰੈਕਟ ਸੀ। ਸਾਡੇ ਕੋਲ 7th ਕੁਐਸਚਨ ਸੀ, what is the value of k so that the pair of linear equations kx minus y equal 2 and 6x minus 2y equal 3 have unique solution। ਸਾਡੇ ਕੋਲ pair of linear equations ਦਿੱਤੀਆਂ two variables ਦੀਆਂ। ਅਸੀਂ ਪਤਾ ਕਰਨੀ ਸੀ k ਦੀ ਵੈਲਿਊ, k ਜੋ ਕਿ ਫਸਟ ਇਕੁਏਸ਼ਨ ਵਿੱਚ x ਦਾ ਕੋਫੀਸ਼ੀਐਂਟ ਹੈ। ਅਸੀਂ k ਦੀ ਇਸ ਤਰ੍ਹਾਂ ਦੀ ਵੈਲਿਊ ਪਤਾ ਕਰਨੀ ਸੀ ਤਾਂ ਕਿ ਸਾਡੇ ਕੋਲ ਇਸ ਸਿਸਟਮ ਆਫ ਇਕੁਏਸ਼ਨਸ ਦਾ यूनीक सोल्यूशन होवे। हुण यूनीक सोल्यूशन लई साडे कोल कंडीशन हुंदी है, यूनीक सोल्यूशन लई साडे कोल कंडीशन हुंदी है कि a1/a2 ते b1/b2 दी वैल्यू इक्वल नहीं होनी चाहिए। ठीक है जी, इस कंडीशन नूं यूज़ करके असी k दी वैल्यू फाइंड आउट करांगे। सब तो पहला असी अपने जो भी क्वेश्चन विच सानूं इक्वेशनस दित्तियां उन्हां दा कंपैरिजन करांगे। a1x प्लस b1y equal c1 and a2x plus b2y equal c2 नाल। जो असी फर्स्ट इक्वेशन का कंपैरिजन करांगे तो साडे कोल a1 की वैल्यू आएगी k, b1 की वैल्यू साडे कोल आएगी -1 क्योंकि साडे कोल y का कोफिशिएंट -1 है, तो c1 की वैल्यू साडे कोल आएगी 2। सिमिलरली जो असी सैकेंड इक्वेशन कंपेयर करांगे साडे कोल a2 की वैल्यू आएगी 6, b2 की वैल्यू आएगी साडे कोल -2 एंड c2 की वैल्यू आएगी साडे कोल 3। हुण यूनीक सोल्यूशन क्या सानू, यूनीक सोल्यूशन लई साडे कोल कंडीशन हुंदी है कि a1/a2 की वैल्यू b1/b2 की वैल्यू के इक्वल नहीं होनी चाहिए। दैट इज a1/a2 नॉट इक्वल b1/b2। तो असीं वैल्यू सबस्टिट्यूट करांगे। k/a2 की वैल्यू हैगी साडे कोल 6 इज़ नॉट इक्वल्स टू b1 की वैल्यू साडे कोल -1 बाय b2 की वैल्यू साडे कोल -2। माइनस माइनस साडे कोल कैंसल हो जाएगा। सो k की वैल्यू आ जाएगी, k नॉट इक्वल की वैल्यू आ जाएगी 1/2 मल्टीप्लाई, क्योंकि 6 डिवाइड हो रहा है इस साइड पर k नाल, तो दूसरी साइड पर जाके मल्टीप्लाई होएगा 1/2 नाल। सो मल्टीप्लाई करके साडे कोल आंसर आएगा 2 1 ज़ा 2, 2 3 ज़ा 6। सो आंसर साडे कोल आएगा 3। सो k की वैल्यू 3 नहीं होनी चाहिए। इक्वल वाला निशान नहीं देखना सी, नॉट इक्वल वाला देखना है कि k की वैल्यू 3 के इक्वल नहीं होनी चाहिए, ता ही साडे कोल गिवन इक्वेशनस का यूनीक सोल्यूशन होएगा। सो साडे कोल इहदे विच जिहड़ा ऑप्शन सी, ऑप्शन नंबर 2 वो करैक्ट सी, नॉट इक्वल वाला। इक्वल वाला नहीं असी लेना, नॉट इक्वल वाला लेना। उस तो बाद साडे कोल 8th क्वेश्चन सी, इहदे विच साडे कोल फिल इन दी ब्लैंक्स हुण शुरू हो गए 8th क्वेश्चन तो। इहदे सानूं क्या गया है, when the graphs of a pair of linear equations intersect at a point then this pair of equation has blank solution। कि जेकर असी पेयर ऑफ लीनियर इक्वेशनस का ग्राफ बनाने तो वो जड़ा ग्राफ है वो लाइन्स का ग्राफ एक दूजे नूं कटदा, इंटरसैक्ट करदा एक पॉइंट ते, तो उस केस च साडे कोल किन्ने सोल्यूशन होंगे। ठीक है जी, देखो असी ग्राफिकल सोल्यूशनस देखिए यार, साडे कोल 3 कंडीशनस होंदियां ग्राफिकल सोल्यूशन विच। या तो साडे कोल पैरेलल लाइन्स आंदियां हुण, या साडे कोल इंटरसैक्टिंग लाइन्स आंदियां, या साडे कोल कोइंसिडेंट लाइन्स आंदियां। ते नंबर ऑफ सोल्यूशन डिपेंड करदा साडे कोल कि दोवें लाइन्स का ग्राफ एक दूजे नूं किन्ने बिंदुआं ते कटदा है, किन्ने पॉइंट्स ते कटदा है। हुण देखो पैरेलल लाइन्स के केस विच दोवें लाइन्स एक दूजे नूं कटदियां ही नहीं है। सो इहदे विच कोई सोल्यूशन नहीं होएगा, सोल्यूशन की गिनती नहीं होएगी। सो इहदे विच की होएगा, नो सोल्यूशन। तो इंटरसैक्टिंग लाइन्स के केस विच की हुंदा है, देखो इंटरसैक्टिंग लाइन्स है, इहदे विच ਇਹ लाइन्स एक दूजे नूं एक बिंदु ते कट रही, एक पॉइंट ते कट रही। सो इहदे विच साडे कोल 1 सोल्यूशन होएगा जिसनूं असी यूनीक सोल्यूशन भी कहते हाँ। तो कोइंसिडेंट लाइन्स के केस विच एक लाइन दूसरी लाइन के उत्ते चढ़ी हुंदी है। ठीक है, दैट मीनस पहली लाइन दूसरी लाइन नूं हर बिंदु ते कट करती है। सो इस विच साडे कोल इनफाइनाइट सोल्यूशनस होणगे। ठीक है जी, इनफाइनाइट सोल्यूशनस होणगे। हुण साडा जिहड़ा क्वेश्चन हैगा वो क्वेश्चन हैगा साडे कोल लाइन्स इंटरसैक्ट करदियां। लाइन्स इंटरसैक्ट करदियां दा मतलब उहदे विच किन्ने सोल्यूशन हुंदे आ, 1 सोल्यूशन जिसनूं असी यूनीक सोल्यूशन भी कहते हाँ। सो इहदे विच साडे कोल फर्स्ट ऑप्शन करैक्ट सी।
इस तो बाद साढ़े कोल नैक्सट क्वेश्चन सी 9th क्वेश्चन, a pair of equations x equal 2 and y equal 6 graphically represent blank lines। ठीक है, हुण ग्राफिकली रिप्रजेंटेशन देखनी है, सो असीं ग्राफ ड्रॉ कर लेने आ। ठीक है जी, यह साढ़े कोल एक्स एक्सिस है, यह साढ़े कोल वाई एक्सिस है। इत्थे असीं थोड़ी नंबरिंग कर दिंदे आ 1 2 3 4 5 6। इत्थे साढ़े कोल इत्थे 1 2 3 4 5 6। ठीक है जी, सब तो पहले चाहिए साढ़े को एक्स इक्वल टू लाइन। सो एक्स इक्वल टू एक्स एक्सिस से दिस इज 2, सो ए वाली लाइन साढ़े को होएगी एक्स इक्वल 2। ठीक, उस तो बाद है वाई इक्वल 6, दिस इज वाई एक्सिस, तो वाई एक्सिस से ए वाली एक्स तो सॉरी वाई की वैल्यू जिथे 6 हैगी है उतों अस लाइन ड्रॉ करांगे, सो हो जाएगी साढ़े को वाई इक्वल 6। हुण ए दोवें लाइनस एक दूजे नूं इंटरसैक्ट कर रही हैं। ठीक है जी, सो ये किहड़ियां लाइनस ने, इंटरसैक्टिंग लाइनस ने, तो ये किस पॉइंट ते इंटरसैक्ट कर रही हैं उहदे कोआर्डीनेट्स पता करिए। तो इधरों दी साढ़े कोल एक्स कोआर्डीनेट हैगा 2 तो वाई कोआर्डीनेट हैगा 6, सो साढ़े कोल आ जाएगा 2,6। सो दीज आर इंटरसैक्टिंग लाइनस जो कि एक दूजे नूं इंटरसैक्ट कर रही हैं 2,6 से। सो साढ़े कोल इहदे विच ऑप्शन नंबर 4 जिहड़ा सी वो करैक्ट सी। इस तो बाद 10th क्वेश्चन सी प्रोबेबिलिटी उत्ते बेस्ड है जी क्वेश्चन सी प्रोबेबिलिटी ऑफ एन इवेंट ई एंड प्रोबेबिलिटी ऑफ इवेंट नॉट ई, यानी कि घटना ई की संभावना तो घटना ई नहीं की संभावना का जोड़ा जोड़ है वो कि बराबर होंदा है, वो बराबर होंदा साढ़े कोल 1 दे। इस तुसीं वेरीफाई भी कर सकते हो, जिवें मान लो साढ़े कोल डाइस का रिलेटेड क्वेश्चन है, असी डाइस उछालिया, साढ़े को पहले डाइस के किहड़े आउटकम्स होंदे आ 1 2 3 4 5 6। ये मैं पता करना चाहनी हाँ कि 5 की प्रोबेबिलिटी की है। हुण 5 साढ़े कोल 1 है, टोटल आउटकम साढ़े कोल 6 है, सो 5 की प्रोबेबिलिटी होगी 1/6। हुण मैं पता करांगी नॉट 5 की प्रोबेबिलिटी, यानी कि 5 नहीं होना चाहिए। ठीक है, 5 नहीं आना चाहिए का मतलब 1 2 3 4 तो 6 आ सकता है, 5 नहीं आना। सो इन्हां दी काउंटिंग कर ली है किन्ने फेवरेबल आउटकम्स ने साढ़े कोल 1 2 3 4 5, साढ़े कोल 5 फेवरेबल आउटकम्स ने तो टोटल आउटकम साढ़े कोल 6 है। सो आ गया 5/6। हुण अगर इन्हां दोवां दा असीं जोड़ करिए 1/6 ते 5/6 का, वो साढ़े कोल आएगा 6/6। इनू कैंसल करांगे तो साढ़े कोल आ जाएगा 1। सो 5 की प्रोबेबिलिटी तो नॉट 5 की प्रोबेबिलिटी साढ़े कोल किहदे इक्वल आई है 1 दे। इस तरह किसी भी इवेंट ई तो किसी भी इवेंट नॉट ई की जी प्रोबेबिलिटी होंदी है वह जोड़ हमेशा 1 के इक्वल होंदा है। सो ये साढ़े कोल ऑप्शन 2 करैक्ट सी। इस तो बाद 11th क्वेश्चन सी what is the probability that an ordinary year has 53 संडे, कि कोई गैर लीप साल हैगा उहदे विच 53 ਐਤਵਾਰ होने की की संभावना है। पहले तो असीं देखिए कि साढ़े कोल जिहड़ा ऑर्डनरी ईयर हुंदा है वो हुंदा की है। ऑर्डनरी ईयर वो हुंदा जिहदे विच साढ़े कोल 365 डेज़ हुंदे आ। इन्हां 365 डेज़ नूं असीं अगर चेंज करिए इन्हों वीक्स विच तो साढ़े कोल 52 हफ्ते होंदे आ, तो एक हफ्ते 7 दिन, अगर 52 नूं 7 नाल मल्टीप्लाई करो तो साढ़े कोल आंदा 364 दिन, यानी कि साढ़े कोल एक दिन एक्सट्रा बच जाता। ठीक है, ये जिहड़े 52 हफ्ते सी इन्हां 52 हफ्तियां विच साढ़े कोल 52 संडे ते आ गए, पर क्वेश्चन साढ़े कोल हैगा 53 संडेज़ का, यानी कि एक होर संडे चाहिए सानूं, ते साढ़े कोल एक दिन बच गया। हुण जिहड़ा एक दिन बचिया वो हफ्ते का कोई भी दिन हो सकता है, मंडे ट्यूसडे वैनसडे थर्सडे फ्राइडे सैटरडे संडे। साडा फेवरेबल डे किहड़ा हैगा, साडा फेवरेबल डे हैगा वा संडे। ठीक है, तो टोटल जिहड़े आउटकम्स है साडे कोल डेज, टोटल डेज होंदे 7, सो है 7। सो इहदी प्रोबेबिलिटी हो जाएगी 1/7, क्योंकि फेवरेबल आउटकम साडे कोल 1 है जो कि संडे है, तो टोटल आउटकम्स जो कि बाकी डेज ऑफ वीक है, सारे डेज ऑफ वीक है जो कि 7 होंदे आ। सो साडे कोल प्रोबेबिलिटी इस केस विच आएगी 53 संडेज़ दी, वो आएगी साडे कोल 1/7। सो इहदे विच साडे कोल ऑप्शन नंबर 1 करैक्ट सी। इस तो बाद साडे कोल 12th क्वेश्चन सी अ डाई इज़ थ्रोन वंस। ठीक है, एक पासा है उसनों एक बारी उछालिया जाता है। वॉट इज़ द प्रोबेबिलिटी ऑफ गेटिंग प्राइम नंबर, उहदे ते अभाज्य संख्या आने की की संभावना है। सब तो पहले तो असीं लिखिए कि साडे कोल किहड़े-किहड़े आउटकम्स हुंदे डाइस विच 1 2 3 4 5
एंड 6 ਇਹਦੇ 'ਚ ਹੁਣ ਅਸੀਂ ਪ੍ਰਾਈਮ ਨੰਬਰਸ ਦੇਖਾਂਗੇ। ਸਾਡੇ ਕੋਲ ਪ੍ਰਾਈਮ ਨੰਬਰ ਹੁੰਦਾ 2 1 ਇਜ਼ ਨੋਟ ਅ ਪ੍ਰਾਈਮ ਨੰਬਰ। ਬੜੇ ਬੱਚੇ ਇੱਥੇ ਭੁਲੇਖਾ ਖਾਂਦੇ ਨੇ, ਬਟ ਯਾਦ ਰੱਖਣਾ ਨਾ ਹੀ 1 ਪ੍ਰਾਈਮ ਨੰਬਰ ਹੈ ਨਾ ਹੀ ਕੰਪੋजिट ਨੰਬਰ ਹੈ। ਸੋ 1 ਨਹੀਂ ਕਾਊਂਟ ਕਰਨਾ ਸੀ, काउंट करना 2 तो 2 इज़ अ प्राइम नंबर, 3 इज़ अ प्राइम नंबर एंड 5 इज़ अ प्राइम नंबर। सो साढ़े कोल प्राइम नंबर्स की गिनती हो गई 1 2 3। सो फेवरेबल आउटकम साढ़े कोल हो गए 3 तो टोटल आउटकम साढ़े कोल हैगी 6। सो साढ़े कोल प्रोबेबिलिटी आ गई 3/6। सो उसनूं कैंसल करांगे 3 दे टेबल ते तो आ जाएगा 1/2। सो ਇਹਦੇ ਵਿੱਚ ਸਾਡੇ ਕੋਲ ऑप्शन नंबर 2 करैक्ट सी। इस तो बाद ਸਾਡੇ ਕੋਲ क्वेश्चन सी 13th इफ P इज़ अ प्राइम नंबर कि जेकर ਸਾਡੇ ਕੋਲ P कोई अभाज्य संख्या है तो P डिवाइड करता है K स्केयर ਨੂੰ। ठीक है जी, किसी नंबर के स्केयर ਨੂੰ डिवाइड करता जिथे K कोई पॉजिटिव नंबर है, पॉजिटिव इंटीजर है, दैन P किनों डिवाइड करेगा। ठीक है, तो ऑप्शन दिते हैं 2K स्केयर -1 K 3K + 1 या नन ऑफ दीज। ਇਹਨੂੰ अगर ਅਸੀਂ वैल्यूज़ लैके करिए क्वेश्चन तो सानू ईजी लगेगा। सब तो पहले उन्होंने कहा कि P कोई तुसी प्राइम नंबर लेना। ठीक है, चलो मैं मान लेनी कोई प्राइम नंबर 7, कोई भी ला सकते हो तुसी। तो यह नंबर जोड़ा P है 7 है किसी नंबर के किसी स्केयर नू डिवाइड करना चाहिए। पहले मैं स्केयर का टेबल लिख लैनी अपनी ईजी काम लई। 1 का स्केयर 1 हुंदा जी, 2 का स्केयर 4, 3 का स्केयर 9, 4 का स्केयर 16, 5 का स्केयर 25, ठीक, 6 का स्केयर 36, 7 का स्केयर 49, 8 का स्केयर 64, 9 का स्केयर 81, 10 का स्केयर 100। मैं वो वाला नंबर चूज़ कराँगी जिसनों 7 कंप्लीटली डिवाइड करता है। हुण 7 कंप्लीटली ना ही 1 नू डिवाइड करता है, ना ही 4 नू, ना ही 9 नू, ना ही 16 नू, ना ही 25 नू, ना ही 36 नू, पर 7 कंप्लीटली डिवाइड करता 49 नू। ठीक है जी, सो इसदा मतलब 7 जिहड़ा वा कंप्लीटली डिवाइड कर रहा साडे कोल 49 नू। तो 49 की एक्चुअली 7 का स्केयर है। सो 7 कंप्लीटली डिवाइड कर रहा 7 स्केयर नू। हुण सानू पता है कि 7 स्केयर नू अगर 7 स्केयर नू डिवाइड कर रहा तो 7 7 नू भी डिवाइड करता है। ठीक है, कंप्लीटली डिवाइड करता 7 1 7 होंदा। सो इस तो साडे कोल रिजल्ट आ जाएगा कि अगर P K स्केयर नू डिवाइड करता है तो P कंप्लीटली डिवाइड करेगा K नू। सो इहदे विच साडे कोल ऑप्शन नंबर 2 जिहड़ा सी वो करैक्ट सी। उस तो बाद साडे कोल 14th क्वेश्चन सी अ रियल नंबर A इज़ कॉल्ड अ जीरो ऑफ द पॉलीनोमियल fx इफ। ठीक है, किसी भी नंबर नू असी पॉलीनोमियल दा जीरो तां ही कहने आ जेकर उस पॉलीनोमियल विच एक्स की जगह उस नंबर नू फिल किया जाए। हुण साडे कोल नंबर की हैगा, एक्स की जगह नंबर हैगा A। ठीक है, उस नंबर नू फिल किया जाए उस पॉलीनोमियल विच एक्स की जगह ते तो उसका आंसर 0 आना चाहिए है, तां ही वो जीरो ऑफ द पॉलीनोमियल होएगा। सो इस अकॉर्डिंग साडे कोल ऑप्शन नंबर C जिहड़ा सी वो करैक्ट सी। इस बाद 15th क्वेश्चन सी फाइंड सोल्यूशन ऑफ द लीनियर इक्वेशंस x + y = 14 एंड x - y = 4। इन्हां दा असी सोल्यूशन फाइंड आउट करना सी। इहदे विच साडे कोल ईजीएस्ट मैथड जो सी वो सी एलिमिनेशन मैथड। वो इसलिए क्योंकि y दे कोफिशिएंट्स जिहड़े सी वो इक्वल ते ऑपोजिट साइनस ते ही। जेकर इन्हां दोवें इक्वेशनस असी ऐड ऑन कर दिए तो +y ते -y कैंसल हो जाएगा। x ते x साडे कोल प्लस करन ते 2x आ जाएगा। 14 ते 4 नू प्लस करन ते साडे कोल 18 आ जाएगा। सो इहदे विच x की वैल्यू आ जाएगी 18/2 यानी कि साडे कोल x की वैल्यू आ जाएगी 9। एक्स की वैल्यू असी फर्स्ट इक्वेशन च फिल कर देने हो जाएगी 9 + y = 14। सो साडे कोल इहदे विच y की वैल्यू आ जाएगी 14 - 9 क्योंकि इधर y विच 9 प्लस हो रहा तो दूसरी साइड पर जाके वो 14 चो माइनस होएगा। सो 14 चो अगर असी 9 माइनस करिए तो साडे कोल y की वैल्यू आएगी 5। सो x की वैल्यू 9 होनी चाहिए तो y की वैल्यू 5। सो इस अकॉर्डिंग साडे कोल फर्स्ट ऑप्शन करैक्ट सी। इस तो बाद ट्रू फॉल्स क्वेश्चन शुरू हो गए ने। ट्रू फॉल्स क्वेश्चन सब तो पहले 16th क्वेश्चन सी उन्होंने क्या है कि √5 - 3 - 2 इज़ अ रैशनल नंबर। सब तो पहले तो इन थोड़ा सॉल्व करिए असी। √5 एज इट इज़ रहेगा। यह दोवें नंबर्स साडे कोल रैशनल नंबर्स ने, ये दोवें आपस ऐड ऑन हो जाएंगे। -3 ते -2 साडे कोल -5 आएगा।
इस नूं अगे असीं सॉल्व नहीं कर सकांगे क्योंकि यह साडे कोल एक इरैशनल नंबर है तो साडे कोल रैशनल नंबर है, इन्हां नूं फर्दर असीं सॉल्व नहीं कर सकते। हुण जदों भी असीं एक इरैशनल नंबर, दिस इज़ इरैशनल नंबर, ते 5 दिस इज़ रैशनल नंबर, इरैशनल चों रैशनल माइनस करते हैं यानी कि दोवां दा डिफरेंस लैंदे आ तो हमेशा इरैशनल ही डोमीनेट करता है, आंसर हमेशा इरैशनल हुंदा है। बट सानू स्टेटमेंट उन्होंने कहा कि रैशनल नंबर है, सो दिस स्टेटमेंट इज़ फॉल्स, सो ये विच फॉल्स आना सी। उस तो बाद 17th क्वेश्चन सी x² + 2x = 3 इज़ अ लीनियर पॉलीनोमियल। हुण लीनियर पॉलीनोमियल की हुंदा जिहदे च x की सब तो वड्डी पावर 1 हुंदी है, पर अगर यह पॉलीनोमियल देखिए तो ये x की सब तो वड्डी पावर 2 है, सो एक क्वाड्रेटिक पॉलीनोमियल है, लीनियर पॉलीनोमियल नहीं है, सो ये साडे कोल आना सी फॉल्स। उस तो बाद 18th क्वेश्चन है प्रोबेबिलिटी ऑफ अ श्योर इवेंट, ठीक है जी, निश्चित तौर पर जी घटना वापरनी होंगी है वो जी संभावना होंगी है वो कहते 1 होंगी है, ठीक है, दिस इज़ ट्रू। श्योर इवेंट की प्रोबेबिलिटी साडे कोल 1 होंगी है तो इंपॉसिबल इवेंट की साडे कोल 0 होंगी है, सो ट्रू सी इसका आंसर। उस तो बाद 19th क्वेश्चन सी अ सिस्टम ऑफ लीनियर इक्वेशंस इज़ सेड टू बी कंसिस्टेंट, ठीक है जी, कि असी लीनियर इक्वेशंस के सिस्टम नूं कंसिस्टेंट तां कहने आ इफ इट हैज़ एटलीस्ट 1 सोल्यूशन। देखो असी संगत या कंसिस्टेंट उदों कहने आ सिस्टम ऑफ इक्वेशंस नूं जदों साडे कोल घट्टो घट्ट एक सोल्यूशन होना चाहिए। कंसिस्टेंट विच साडे कोल 2 केसिस आंदे आ, एक आंदा साडे कोल यूनीक वाला तो एक साडे कोल आंदा वा इनफाइनाइट। कंसिस्टेंट का मतलब हुंदा है कि साडे कोल सोल्यूशन होना चाहिए, ठीक है, घट्टो घट्ट एक सोल्यूशन होना चाहिए, सो यही उन्होंने कहा कि एटलीस्ट 1 सोल्यूशन होना चाहिए, सो दिस वॉज ट्रू। उस तो बाद 20th क्वेश्चन सी अ पेयर ऑफ लीनियर इक्वेशन, सानू पेयर ऑफ लीनियर इक्वेशन दित्तियां a1x + b1y + c1 = 0 तो a2x + b2y + c2 = 0, ਇਹਦਾ ਕਹਿੰਦੇ एग्जैक्टली 1 सोल्यूशन होएगा यानी कि विलक्षण हल होएगा जेकर पहली ए रेशोज a1/b1 इक्वल होएगी a2/a2 दे। एक्चुअली थोड़ी स्टेटमेंट में लगता इतने गलत हो गई है, सो यदा आंसर वैसे फॉल्स ही आना है क्योंकि साढ़े कोल कंडीशन होंगी है यूनिक सोल्यूशन ली a1/a2 इज़ नॉट इक्वल्स टू b1/b2, तो इन्होंने कुछ होर ही लिखा, सो ये आया साढ़े कोल फॉल्स। उस तो बाद सैक्शन बी वाले क्वेश्चन जोड़े कि 21 to 30 सी, ए साढ़े कोल 2 मार्क्स क्वेश्चन से, इन्हों सॉल्व करने लिए तुहानूं थोड़ा बहुत सॉल्विंग करनी पैनी सी, थोड़ा लेंथी काम करना पैना सी, फिर इन्हों के आंसरस तुसीं फाइंड आउट करने सी। हुण जिहदे च 21st क्वेश्चन सी वो हैगा सी अ स्वीट सैलर हैज़ 420 काजू बर्फीज and 130 badam burfis. She wants to stack them in such a way that each stack has same number of burfis and they take up the least area of the tray. What is the number of burfis that can be placed in each stack for this purpose? कहंदे एक मिठाई वाली दुकान ते एक मिठाई विक्रेता कोल 420 काजू दियां बर्फियां ने ते 130 बदाम दियां बर्फियां ने। उन्होंने इन्हां बर्फियां की इस तरह की ढेरी बनानी है कि हर ढेरी विच बर्फियां की गिनती जिहड़ी है वो बराबर रहे, सेम रहे, तो जिहड़ियां ढेरियां वो बर्फी की परात विच जिहड़ी है घट तो घट जिहड़ा वा स्थान वो घेरन। इहदे लई उसनूं एक ढेरी विच किन्नियां बर्फियां रखनियां होणगियां वो असी पता करना सी। देखो हुण साडे कोल 420 काजू दियां ते 130 बदाम दियां बर्फियां ने। हुण असी वो संख्या पता करांगे, वड्डी तो वड्डी संख्या पता करांगे जो 420 नूं भी डिवाइड करे तो 130 नूं भी डिवाइड करे, ठीक है जी। हुण तुसीं कहोगे कि इत्थे ते लीस्ट की गल कीती है तो आपां वड्डे तो वड्डा नंबर क्यों पता करना है। देखो जो असी वड्डे तो वड्डा नंबर नाल डिवाइड करते हैं तो आंसर साडे कोल उन्ना ही छोटा आंदा, सो साडा लीस्ट एरिया ऑक्यूपाई होएगा जेकर असी HCF पता कर लिए 420 ते 130 का, क्योंकि हुंदा हाईएस्ट कॉमन फैक्टर वड्डे तो वड्डा एवें दा नंबर जिहड़ा 420 ते 130 दोवां नूं डिवाइड करेगा, ठीक है। सो असी HCF पता करांगे इहदे विच 420 ते 130 का, उहदे लई असी यूक्लिड्स डिवीजन लैमा दी वरतों करन लगे आ। तुसी दूसरा मैथड भी अपना सकते हो प्राइम फैक्टराइजेशन वाला, वो तुहाडी विश है। हुण 420 नूं पहले मैं 130 नाल डिवाइड करांगी, इत्थे आ जाएगा साडे कोल 130 नूं 3 नाल मल्टीप्लाई करो तो साडे कोल आंदा 390, माइनस करांगे असी 0 च 0 गए 0, 12 च 9 गए साडे कोल आ जाणगे 3, सो साडे कोल रिमाइंडर आया 30।
ਹੁਣ ਇਹ ਰਿਮਾਈਂਡਰ ਸਾਡਾ ਜਿਹੜਾ ਹੋਏਗਾ ਉਹ ਹੁਣ ਸਾਡਾ ਡਿਵਾਈਜ਼ਰ ਬਣ ਜਾਏਗਾ ਤੇ ਜਿਹੜਾ ਸਾਡਾ ਪਿਛਲਾ ਡਿਵਾਈਜ਼ਰ ਸੀ ਉਹ ਸਾਡਾ ਡਿਵੀਡੈਂਡ ਬਣ ਜਾਏਗਾ। ਸੋ ਇੱਥੇ ਆ ਜਾਏਗਾ 130। ਹੁਣ 30 ਨੂੰ ਅਗਰ 4 ਨਾਲ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ ਆਉਂਦਾ 120 ਤੇ ਇਹਨੂੰ ਅਸੀਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਰਿਮਾਈਂਡਰ ਆਏਗਾ 10। ਹੁਣ ਜਿਹੜਾ ਇਹ ਵਾਲਾ ਰਿਮਾਈਂਡਰ ਹੈ ਸਾਡਾ, ਇਹ ਰਿਮਾਈਂਡਰ ਫਿਰ ਸਾਡਾ ਡਿਵਾਈਜ਼ਰ ਬਣ ਜਾਏਗਾ ਤੇ ਪਿਛਲਾ ਵਾਲਾ ਜਿਹੜਾ ਸਾਡੇ ਕੋਲ ਡਿਵਾਈਜ਼ਰ ਸੀ ਉਹ ਸਾਡਾ ਡਿਵੀਡੈਂਡ ਬਣ ਜਾਏਗਾ। ਠੀਕ ਹੈ ਜੀ। ਹੁਣ 10 ਦਾ ਟੇਬਲ ਪੜਾਂਗੇ, 10 3 30। ਸੋ ਫਾਈਨਲੀ ਸਾਡੇ ਕੋਲ ਰਿਮਾਈਂਡਰ ਜਿਹੜਾ 0 ਆਇਆ ਤੇ ਇਸ ਟਾਈਮ ਤੇ ਸਾਡੇ ਕੋਲ ਜਿਹੜਾ ਡਿਵਾਈਜ਼ਰ ਆ ਉਹ 10 ਦੇ ਇਕੁਅਲ ਹੈਗਾ। ਸੋ ਸਾਡੇ ਕੋਲ HCF ਆ ਗਿਆ 10। ਸੋ ਇਹੀ ਸਾਡੇ ਕੋਲ ਆਨਸਰ ਹੋਏਗਾ। ਨੰਬਰ ਆਫ ਬਰਫੀਜ਼ ਜਿਹੜੀਆਂ ਕਿ ਇੱਕ ਸਟੈਕ ਵਿੱਚ ਅਸੀਂ ਭਰਾਂਗੇ, ਇੱਕ ਢੇਰੀ 'ਚ ਰੱਖਾਂਗੇ, ਉਹਨਾਂ ਦੀ ਗਿਣਤੀ ਹੋਣੀ ਚਾਹੀਦੀ ਹੈ 10। ਸੋ ਸਾਡੇ ਕੋਲ ਇਹਦੇ ਵਿੱਚ ਆਪਸ਼ਨ ਨੰਬਰ C ਜਿਹੜਾ ਸੀ ਉਹ ਕਰੈਕਟ ਸੀ। ਉਸ ਤੋਂ ਬਾਅਦ ਸਾਡੇ ਕੋਲ 22nd ਕੁਐਸਚਨ ਆਉਂਦਾ ਹੈ, ਫਾइंड ਦੀ HCF ਆਫ 26 ਐਂਡ 91। ਵੈਰੀ ਈਜ਼ੀ ਕੁਐਸਚਨ, ਡਾਇਰੈਕਟਲੀ ਕੁਐਸਚਨ ਹੈ ਕਿ 26 ਤੇ 91 ਦਾ ਅਸੀਂ HCF ਪਤਾ ਕਰਨਾ ਸੀ। ਇਹਦੇ ਵਿੱਚ ਵੀ ਤੁਸੀਂ ਦੋਵੇਂ ਮੈਥਡਸ ਵਿੱਚੋਂ ਕੋਈ ਇੱਕ ਮੈਥਡ ਯੂਜ਼ ਕਰ ਸਕਦੇ ਹੋ, ਪ੍ਰਾਈਮ ਫੈਕਟਰਾਈਜੇਸ਼ਨ ਜਾਂ ਯੂਕਲਿਡਸ ਡਿਵੀਜ਼ਨ ਲੈਮਾ। ਹੁਣ ਯੂਕਲਿਡਸ ਡਿਵੀਜ਼ਨ ਐਲਗੋਰਿਥਮ ਅਸੀਂ ਪਿਛਲੇ ਵਾਲੇ ਕੁਐਸਚਨ 'ਚ ਯੂਜ਼ ਕਰ ਚੁੱਕੇ ਹਾਂ। ਸੋ ਇਸ ਕੁਐਸਚਨ 'ਚ ਅਸੀਂ ਪ੍ਰਾਈਮ ਫੈਕਟਰਸ ਕਰਕੇ ਦੇਖ ਲੈਂਦੇ ਹਾਂ। 26 ਦੇ ਪ੍ਰਾਈਮ ਫੈਕਟਰਸ ਬਣਾਈਏ, 2 ਦੇ ਟੇਬਲ 'ਤੇ ਜਾਏਗਾ ਤਾਂ 13 ਆਏਗਾ। 13 ਸਾਡੇ ਕੋਲ ਪ੍ਰਾਈਮ ਨੰਬਰ ਹੈ, ਸੋ 13 'ਤੇ ਹੀ ਸਾਡੇ ਕੋਲ ਡਿਵਾਈਡ ਹੋਏਗਾ। 13 1 13। ਉਸ ਤੋਂ ਬਾਅਦ 91 ਦੇ ਪ੍ਰਾਈਮ ਫੈਕਟਰਸ ਬਣਾਵਾਂਗੇ। ਠੀਕ ਹੈ, 7 ਦੇ ਟੇਬਲ 'ਤੇ ਜਾਏਗਾ ਜੀ, 7 1 7 21, 7 3 21। ਸੋ 7 × 13 91 ਹੁੰਦਾ ਜੀ। ਫਿਰ 13 ਦੇ ਟੇਬਲ 'ਤੇ ਜਾਏਗਾ, 13 1 13। ਹੁਣ ਸਾਡੇ ਕੋਲ 26 ਦੇ ਪ੍ਰਾਈਮ ਫੈਕਟਰਸ ਹੋ ਗਏ 2 × 13 ਤੇ 91 ਦੇ ਫੈਕਟਰਸ ਹੋ ਗਏ 7 × 13। ਇਹਨਾਂ ਵਿੱਚ ਸਾਡੇ ਕੋਲ ਕਾਮਨ ਫੈਕਟਰ, ਹਾਈਐਸਟ ਕਾਮਨ ਫੈਕਟਰ ਕੀ ਹੈਗਾ 13। ਸੋ ਇਹ ਦੋਵਾਂ ਦਾ HCF ਸਾਡੇ ਕੋਲ ਆ ਗਿਆ 13। ਸੋ ਇਹਦੇ ਵਿੱਚ ਸਾਡੇ ਕੋਲ ਆਪਸ਼ਨ ਨੰਬਰ A ਕਰੈਕਟ ਸੀ। ਇਸ ਤੋਂ ਬਾਅਦ 23rd ਕੁਐਸਚਨ ਸੀ, ਇੱਕ ਕੁਆਡਰੇਟਿਕ ਪੋਲੀਨੋਮੀਅਲ ਫਾਈਂਡ ਆਊਟ ਕਰਨਾ ਸੀ ਜਿਹਦੇ ਸਾਡੇ ਕੋਲ ਸਮ ਆਫ ਜ਼ੀਰੋਜ਼ ਦਿੱਤੇ ਸੀ -3 ਤੇ ਪ੍ਰੋਡਕਟ ਆਫ ਜ਼ੀਰੋ ਸਾਨੂੰ ਦਿੱਤਾ ਸੀ 2। यानी कि सम ऑफ जीरोज़ जिसमें अस कैपिटल X नाल डिनोट करने वो हैगा सी साडे कोल -3 ते प्रोडक्ट ऑफ जीरो यानी कि कैपिटल P की वैल्यू साडे कोल हैगी सी 2 दे इक्वल। सो क्वाड्रेटिक पॉलीनोमियल दा साडे कोल फॉर्मूला हुंदा है, अगर साडे कोल सम ऑफ जीरोज़ ते प्रोडक्ट ऑफ जीरोज़ गिवन है हुंदा x² - SX + P। ठीक है, इस फॉर्मूले विच तुसीं सिर्फ वैल्यू सबस्टिट्यूट करनी सी। सो आ जाना ही साडे कोल x² माइनस एज इट इज़ एस की जगह एस की वैल्यू -3। ठीक है, उस तो बाद x + P की वैल्यू 2। ठीक है, हुण x² माइनस माइनस साडे कोल प्लस हो जाना सी x² + 3x + 2। सो इहदे विच साडे कोल ऑप्शन नंबर 3 जिहड़ा सी वो करैक्ट सी। उस तो बाद 24th क्वेश्चन सी, विच आर दी जीरोज़ ऑफ px = x² - 2x - 2। असीं इस पॉलीनोमियल दे जीरोज़ पता करने सी। असीं की करना सी, इस पॉलीनोमियल नूं 0 दे इक्वल लिख देना सी, यानी कि px नूं 0 दे इक्वल लिखना सी। x² - 2x - 8 हो गया 0 दे इक्वल। इहदे विचों दी x की वैल्यूज़ फाइंड आउट करनियां सी। x की वैल्यूज़ फाइंड आउट करन लई असीं मिडल टर्म स्प्लिट कर सकते सी। हुण मिडल टर्म स्प्लिट करनी है जो कि साडे कोल -2x है। सो असीं पहले वो नहीं लिखांगे, असीं बाकी रिमेनिंग 2 टर्म्स जिहड़ियां वो लिख लांगे x² ते -8 इक्वल लिख लांगे 0 दे। हुण देखो मिडल टर्म जिहड़ी हैगी है उसनूं स्प्लिट करना है, उहदे लई असीं देखांगे साडे कोल x² दा कोएफिशिएंट हैगा 1। ठीक है, तो कॉन्सटेंट टर्म हैगी है 8। ये दोनों असीं मल्टीप्लाई करांगे, 1 ते 8 नूं मल्टीप्लाई करके साडे कोल आंदा 8। हुण 8 दे इस तरह के फैक्टर्स लवांगे जिन्होंने प्लस या माइनस करन ते साडे कोल -2 आंसर आंदा होए। ठीक है जी, वो फैक्टर्स आएंगे 2 ते 4, क्योंकि 2 ते 4 का डिफरेंस साडे कोल 2 दे इक्वल हुंदा। सो इत्थे असीं वो लिख लांगे 2x ते इत्थे लिख दांगे असीं 4x। हुण असीं साइन डिसाइड करांगे कि 2 नाल किहड़ा साइन आना है ते 4 नाल किहड़ा साइन आना है। उहदे लई असीं देखांगे कि 2 ते 4 नूं प्लस करन ते उपर वाली संख्या आ रही है या माइनस करन ते उपर वाली संख्या आ रही है। देखो 2 च 4 जोड़ो तो 6 आंदा, जो कि उपर वाली संख्या नहीं है। पर अक्सर 2 ते 4 का डिफरेंस देखिए तो साडे कोल 2 हुंदा, जो कि उपर वाली संख्या। सो जो उपर वाली संख्या हैगी है हुण उसका निशान माइनस है, वो असी वड्डी संख्या नाल लावांगे। हुण 2 ते 4 चों वड्डी संख्या किहड़ी हैगी है माइनस, तो उहदा निशान असी 4 नाल लगा दांगे। तो जिहड़ा उसका ओपोजिट निशान है वो छोटी वाली संख्या, उहदा ओपोजिट निशान प्लस है, सो असी 2 नाल लगा दांगे।
ਸੋ ਇਸ ਸਟੈਪ ਤੇ ਸਾਡੇ ਕੋਲ ਕੀ ਹੋ ਗਿਆ ਕਿ ਸਾਡੇ ਕੋਲ ਪਹਿਲੇ ਸਾਡੇ ਕੋਲ 3 ਟਰਮਸ ਸੀ, ਹੁਣ ਇਹ ਸਾਡੇ ਕੋਲ ਮਿਡਲ ਟਰਮ ਸਪਲਿਟ ਹੋ ਗਈ ਹੈ ਤੇ ਸਾਡੇ ਕੋਲ ਹੁਣ ਇਸ ਵਿੱਚ 4 ਟਰਮਸ ਬਣ ਗਈਆਂ ਨੇ। ਹੁਣ ਅਸੀਂ ਇਹਨਾਂ ਟਰਮਸ ਦੀ ਗਰੁੱਪਿੰਗ ਕਰਾਂਗੇ, ਪਹਿਲੀ 2 ਟਰਮਸ ਨੂੰ ਗਰੁੱਪ 'ਚ ਰੱਖਾਂਗੇ ਤੇ ਦੂਸਰੀ 2 ਟਰਮਸ ਨੂੰ ਗਰੁੱਪ 'ਚ ਰੱਖਾਂਗੇ। ਜੇਕਰ ਅਸੀਂ ਪਹਿਲੀ 2 ਟਰਮਸ ਦੀ ਗਰੁੱਪਿੰਗ ਕਰੀਏ ਉਹਦੇ 'ਚ ਸਾਡੇ ਕੋਲ x ਕਾਮਨ ਆ ਜਾਣਾ ਤੇ ਅੰਦਰ ਸਾਡੇ ਕੋਲ ਆ ਜਾਣਾ x+2। ਅਗਰ ਅਗਲੀ 2 ਟਰਮਸ ਦੀ ਗਰੁੱਪਿੰਗ ਕਰੀਏ ਤਾਂ ਉਹਦੇ ਵਿੱਚ ਸਾਡੇ ਕੋਲ -4 ਕਾਮਨ ਆ ਜਾਣਾ ਤੇ ਅੰਦਰ ਸਾਡੇ ਕੋਲ ਆ ਜਾਣਾ ਹੈਗਾ x+2 = 0। ਹੁਣ ਇਹਨਾਂ 'ਚ ਦੇਖੀਏ ਤੇ ਇਹਨਾਂ ਵਿੱਚ ਸਾਡੇ ਕੋਲ x+2 ਕਾਮਨ ਹੈ, ਸਾਡੇ ਕੋਲ ਮੈਂ ਉੱਪਰ ਲਿਖਣ ਲੱਗੀ ਹਾਂ x+2 ਸਾਡੇ ਕੋਲ ਕਾਮਨ ਹੈ ਤੇ ਅੰਦਰ ਸਾਡੇ ਕੋਲ ਰਹਿ ਜਾਣਾ ਹੈਗਾ ਵਾ ਇਹ ਵਾਲਾ x ਤੇ -4, ਸੋ x - 4 ਇਕੁਅਲ ਆ ਗਿਆ 0। ਹੁਣ 2 ਨੰਬਰਸ ਦਾ ਅਗਰ ਪ੍ਰੋਡਕਟ 0 ਹੈ, ਠੀਕ ਹੈ, ਮਲਟੀਪਲੀਕੇਸ਼ਨ 2 ਨੰਬਰਸ ਦੀ 0 ਹੈ ਤੇ ਜਾਂ ਤਾਂ ਪਹਿਲਾ ਨੰਬਰ 0 ਹੋਣਾ ਚਾਹੀਦਾ ਜਾਂ ਤਾਂ ਦੂਸਰਾ। ਸੋ ਪਹਿਲੇ ਨੰਬਰ ਨੂੰ ਅਗਰ 0 ਦੇ ਇਕੁਅਲ ਰੱਖਾਂਗੇ ਤਾਂ x+2 = 0 ਆਏਗਾ ਤੇ ਉੱਥੋਂ x ਦੀ ਵੈਲਿਊ ਸਾਡੇ ਕੋਲ ਆ ਜਾਏਗੀ -2। ਅਗਰ ਦੂਸਰੇ ਨੰਬਰ ਨੂੰ 0 ਦੇ ਇਕੁਅਲ ਰੱਖਾਂਗੇ ਯਾਨੀ ਕਿ x - 4 ਨੂੰ 0 ਦੇ ਇਕੁਅਲ ਰੱਖਾਂਗੇ ਉੱਥੋਂ x ਦੀ ਵੈਲਿਊ ਸਾਡੇ ਕੋਲ ਆਏਗੀ +4। ਸੋ ਸਾਡੇ ਕੋਲ 2 ਵੈਲਿਊਜ਼ ਆਈਆਂ x ਦੀਆਂ -2 ਐਂਡ 4, ਜੋ ਕਿ ਸਾਡੇ ਕੋਲ ਆਪਸ਼ਨ ਨੰਬਰ 2 ਵਿੱਚ ਹੈ। ਸੋ ਇਹਦੇ ਵਿੱਚ ਸਾਡੇ ਕੋਲ 2nd ਆਪਸ਼ਨ ਕਰੈਕਟ ਸੀ। ਇਸ ਤੋਂ ਬਾਅਦ 25th ਕੁਐਸਚਨ ਸੀ, ਮੀਨਾ ਵੈਂਟ ਟੂ ਅ ਬੈਂਕ ਟੂ ਵਿਡਰਾਅ ₹2000। ਇੱਕ ਲੜਕੀ ਹੈ ਮੀਨਾ, ਉਹ ਬੈਂਕ ਵਿੱਚ ਜਾਂਦੀ ਹੈ 2000 ਰੁਪਏ ਵਿਡਰਾਅ ਕਰਾਉਣ। ਉਹ ਕੈਸ਼ੀਅਰ ਨੂੰ ਜਾ ਕੇ ਕਹਿੰਦੀ ਹੈ ਕਿ ਉਹ ਉਸ ਨੂੰ ਸਿਰਫ 50 ਰੁਪਏ ਦੇ ਨੋਟ ਦੇਵੇ ਅਤੇ 100 ਰੁਪਏ ਦੇ ਨੋਟ ਦੇਵੇ। ਠੀਕ ਹੈ ਜੀ, ਉਸਨੇ 2000 ਰੁਪਏ ਰਕਮ ਬਾਹਰ ਕਢਾਉਣੀ ਹੈ, ਬਟ ਉਹ ਕਹਿੰਦੀ ਹੈ ਕਿ ਸਿਰਫ ਉਹਨੂੰ 50 ਰੁਪਏ ਵਾਲੇ ਨੋਟ ਦਿੱਤੇ ਜਾਣ ਅਤੇ 100 ਰੁਪਏ ਵਾਲੇ ਨੋਟ ਦਿੱਤੇ ਜਾਣ। ਅਤੇ ਸਾਨੂੰ ਇਹ ਵੀ ਦੱਸਦਾ ਹੈ ਕਿ ਉਹਦੇ ਕੋਲ ਟੋਟਲ ਨੋਟਾਂ ਦੀ ਗਿਣਤੀ ਜੋ ਉਹਨੂੰ ਪ੍ਰਾਪਤ ਹੋਈ ਹੈ ਉਸ ਨੂੰ 25 ਨੋਟ ਟੋਟਲ ਮਿਲੇ ਨੇ। ਅਸੀਂ ਇਸ ਸਿਚੁਏਸ਼ਨ ਨੂੰ ਐਲਜੈਬਰਾਈਕਲੀ ਰਿਪਰੈਜ਼ੈਂਟ ਕਰਨਾ ਹੈ। ਠੀਕ ਹੈ ਜੀ, ਯਾਨੀ ਕਿ ਐਲਜੈਬਰਾ ਵੇਰੀਏਬਲਸ ਦੀ ਹੈਲਪ ਨਾਲ ਇਸ ਨੂੰ ਰਿਪਰੈਜ਼ੈਂਟ ਕਰਨਾ ਇਸ ਸਿਚੁਏਸ਼ਨ ਨੂੰ। ਹੁਣ ਦੇਖੋ ਉਸਨੇ ਕਿਹੜੇ ਨੋਟ ਲਏ ਨੇ, 50 ਰੁਪਏ ਵਾਲੇ ਨੋਟ ਅਤੇ 100 ਰੁਪਏ ਵਾਲੇ ਨੋਟ। ਮੰਨ ਲਓ ਉਸਨੇ 50 ਰੁਪਏ ਦੇ x ਨੋਟ ਲਏ ਹੈ, ਨੋਟਾਂ ਦੀ ਗਿਣਤੀ। ਠੀਕ ਹੈ, 50 ਰੁਪਏ ਦੇ ਉਸਨੇ x ਨੋਟ ਲਏ ਨੇ ਅਤੇ 100 ਰੁਪਏ ਦੇ ਮੰਨ ਲਓ ਉਸਨੇ y ਨੋਟ ਲਏ ਨੇ। ਠੀਕ ਹੈ ਜੀ, ਹੁਣ ਟੋਟਲ ਨੋਟ ਕਿੰਨੇ ਹੈ 25, ਯਾਨੀ ਕਿ x ਅਤੇ y ਦਾ ਜੋੜ ਸਾਡੇ ਕੋਲ ਕਿੰਨਾ ਹੋਣਾ ਚਾਹੀਦਾ 25। ਠੀਕ, ਹੁਣ ਸਾਡੇ ਕੋਲ 50 ਰੁਪਏ ਵਾਲੇ x ਨੋਟ ਹੈ ਅਤੇ ਰਕਮ ਕਿੰਨੀ ਹੋ ਜਾਏਗੀ ਫਿਰ 50x, ਉਹਦੀ ਵੈਲਿਊ ਕਿੰਨੀ ਹੋ ਜਾਏਗੀ 50x। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਡੇ ਕੋਲ 50 ਰੁਪਏ ਦੇ 3 ਨੋਟ ਹੈ, ਸਾਡੇ ਕੋਲ ਪੈਸੇ ਕਿੰਨੇ ਹੋ ਜਾਣਗੇ, ਯਾਨੀ ਕਿ 50 × 3 ਹੋ ਜਾਣਗੇ, 150 ਰੁਪਏ ਹੋ ਜਾਣਗੇ। ਇਸੇ ਤਰ੍ਹਾਂ ਸਾਡੇ ਕੋਲ 50 ਰੁਪਏ ਦੇ x ਨੋਟ ਹੈ, ਸੋ ਉਹਦੀ ਵੈਲਿਊ ਕਿੰਨੇ ਹੋ ਜਾਏਗੀ 50 × x। ਇਸੇ ਤਰ੍ਹਾਂ 100 ਦੇ ਕੋਲ y ਨੋਟ ਨੇ ਤਾਂ ਉਹਦੀ ਵੈਲਿਊ ਹੋ ਜਾਏਗੀ 100y। ਠੀਕ, ਅਤੇ ਸਾਡੇ ਕੋਲ ਟੋਟਲ ਵੈਲਿਊ ਕਿੰਨੀ ਹੈ, ਟੋਟਲ ਰਕਮ ਕਿੰਨੀ ਹੋਣੀ ਚਾਹੀਦੀ ਹੈ 2000। ਸੋ 50x ਅਤੇ 100y ਦਾ ਜੋੜ ਜਿਹੜਾ ਵੈ ਉਹ 2000 ਦੇ ਬਰਾਬਰ ਹੋਣਾ ਚਾਹੀਦਾ। ਸੋ ਇਹ ਇਕੁਏਸ਼ਨਸ ਸਾਡੇ ਕੋਲ ਬਣ ਜਾਂਦੀਆਂ x + y = 25 ਅਤੇ ਦੂਸਰੀ ਸਾਡੇ ਕੋਲ ਇਕੁਏਸ਼ਨ ਬਣ ਜਾਂਦੀ ਹੈ 50x + 100y = 2000। ਸੋ ਇਹਦੇ ਵਿੱਚ ਸਾਡੇ ਕੋਲ ਆਪਸ਼ਨ ਨੰਬਰ 1 ਕਰੈਕਟ ਸੀ। ਇਸ ਤੋਂ ਬਾਅਦ 26th ਕੁਐਸਚਨ ਸੀ, ਸਾਡੇ ਕੋਲ ਲੀਨੀਅਰ ਇਕੁਏਸ਼ਨਸ ਦਿੱਤੀਆਂ ਸੀ ਅਤੇ ਅਸੀਂ x y ਦੀ ਵੈਲਿਊ ਫਾਈਂਡ ਆਊਟ ਕਰਨੀ ਸੀ। ਠੀਕ ਹੈ, ਇਸ ਨੂੰ ਸੋਲਵ ਕਰਨ ਫਸਟ ਇਕੁਏਸ਼ਨ ਸੀ ਸਾਡੇ ਕੋਲ 3x + 4y = 10 ਅਤੇ ਸੈਕਿੰਡ ਇਕੁਏਸ਼ਨ ਸੀ 2x - 2y = 2। ਅਗਰ ਅਸੀਂ ਇਹਨਾਂ ਨੂੰ ਧਿਆਨ ਨਾਲ ਓਬਜ਼ਰਵ ਕਰੀਏ ਤਾਂ ਫਸਟ ਇਕੁਏਸ਼ਨ ਵਿੱਚ y ਦਾ ਕੋਫੀਸ਼ੀਐਂਟ ਹੈਗਾ ਸਾਡੇ ਕੋਲ 4 ਅਤੇ ਸੈਕਿੰਡ ਇਕੁਏਸ਼ਨ ਵਿੱਚ y ਦਾ ਕੋਫੀਸ਼ੀਐਂਟ ਹੈਗਾ ਸਾਡੇ ਕੋਲ -2। ਅਗਰ ਇਸ ਇਕੁਏਸ਼ਨ ਨੂੰ ਅਸੀਂ 2 ਨਾਲ ਮਲਟੀਪਲਾਈ ਕਰ ਦਈਏ ਅਤੇ ਇਹ ਦੋਵੇਂ ਇਕੁਏਸ਼ਨਸ ਨੂੰ ਆਪਸ 'ਚ ਐਡ ਕਰ ਦਈਏ ਤਾਂ ਸਿਰਫ y ਵਾਲੇ ਕੋਫੀਸ਼ੀਐਂਟ ਸਾਡੇ ਕੋਲ ਕੈਂਸਲ ਹੋ ਜਾਣਗੇ। ਸੋ ਅਸੀਂ ਇਲੀਮੀਨੇਸ਼ਨ ਮੈਥਡ ਦੀ ਵਰਤੋਂ ਕਰਾਂਗੇ। ਅਸੀਂ ਸੈਕਿੰਡ ਇਕੁਏਸ਼ਨ ਨੂੰ 2 ਨਾਲ ਮਲਟੀਪਲਾਈ ਕਰਾਂਗੇ। 2 ਨਾਲ ਮਲਟੀਪਲਾਈ ਕਰਨ 'ਤੇ ਆ ਜਾਏਗਾ 4x - 4y = 4। ਇਹਦੇ ਵਿੱਚ ਅਸੀਂ ਫਸਟ ਇਕੁਏਸ਼ਨ ਜੋ ਸਾਨੂੰ ਗਿਵਨ ਹੈ ਉਸਨੂੰ ਐਡ ਔਨ ਕਰਾਂਗੇ। ਫਸਟ ਇਕੁਏਸ਼ਨ ਹੈ 3x + 4y = 10। ਇਸ ਨੂੰ ਐਡ ਔਨ ਕਰਾਂਗੇ ਅਤੇ ਸਾਡੇ ਕੋਲ y ਵਾਲੇ ਜਿਹੜੇ ਆ ਟਰਮਸ ਹੈ ਉਹ ਕੈਂਸਲ ਹੋ ਜਾਣਗੀਆਂ। ਇਹ ਦੋਵਾਂ ਨੂੰ ਐਡ ਕਰਾਂਗੇ ਅਤੇ 7x ਆ ਜਾਏਗਾ। 4 ਅਤੇ 10 ਨੂੰ ਐਡ ਕਰਾਂਗੇ 14 ਆ ਜਾਏਗਾ ਅਤੇ x ਦੀ ਵੈਲਿਊ ਆ ਜਾਏਗੀ 14/7। ਸੋ ਕੈਂਸਲ ਕਰਕੇ ਆ ਜਾਏਗਾ ਸਾਡੇ ਕੋਲ 2। ਹੁਣ x ਦੀ ਇਹ ਵੈਲਿਊ 2 ਅਸੀਂ ਫਸਟ ਇਕੁਏਸ਼ਨ 'ਚ ਫਿਲ ਕਰਨ ਜਾ ਰਹੇ ਹਾਂ, ਆ ਜਾਏਗਾ 3 × 2 + 4y = 10। ਠੀਕ ਹੈ ਜੀ, 3 2 ਹੋ ਜਾਏਗਾ ਸਾਡੇ ਕੋਲ 6 + 4y = 10। ਸੋ ਸਾਡੇ ਕੋਲ ਆ ਜਾਏਗਾ 4y = 10 - 6 ਅਤੇ 10y - 6 ਸਾਡੇ ਕੋਲ ਆ ਜਾਏਗਾ 4। ਸੋ 4y ਦੀ ਵੈਲਿਊ 4 ਆ ਗਈ ਅਤੇ y ਦੀ ਵੈਲਿਊ 4/4, ਯਾਨੀ ਕਿ ਆਂਸਰ ਆ ਜਾਏਗਾ ਸਾਡੇ ਕੋਲ 1।
सो एक्स की वैल्यू साढ़े कोल 2 आई है तो वाई की वैल्यू साढ़े कोल 1 आई है। सो ये साढ़े कोल फर्स्ट ऑप्शन जिहड़ा सी वो करैक्ट सी। इस तो बाद 27th क्वेश्चन सी the difference between two numbers is 26 and one number is 3 times the other, find them। ठीक है, दो नंबरस है उन्हां विच डिफरेंस साढ़े कोल 26 का है। ठीक है, आप दो नंबरस मान लेने एक्स ते वाई। ठीक है, वो दोवां दा डिफरेंस यानी कि एक्स माइनस वाई ये फिर एक्स वड्डा होएगा। ठीक है, एक्स विचों वड्डे नंबर चों छोटा नंबर घटाया तो डिफरेंस आंदा साढ़े कोल 26। उन्होंने कहा कि वन नंबर इज़ थ्राइस दी अदर, कि जो एक नंबर है वो दूसरे का 3 गुना है। अगर एक नंबर दूसरे का 3 गुना है यानी कि वड्डे वाला नंबर, सो वड्डे वाला नंबर असी की लिता वा एक्स, सो वड्डे वाला नंबर दूसरा नंबर की है वाई, वह 3 गुना यानी कि एक्स जोड़ा वा 3y की इक्वल है। ਹੁਣ एक्स की यह वैल्यू 3y ਅਸੀਂ इस इक्वेशन च फिल कर देने जिथे एक्स की जगह आ जाएगा साढ़े को 3y नाल आ गया माइनस वाई इक्वल 26। 3y च वाई माइनस कितने साढ़े को आएगा 2y इक्वल आ गया साढ़े को 26। तो वाई की वैल्यू साढ़े को आ गई 26/2 कैंसल करके साढ़े को आ जाएगा 13। सो वाई की वैल्यू साढ़े को होगी 13। हुण वाई की यह वैल्यू 13 असीं फिल कर देंगे, आ जाएगा साढ़े को एक्स इक्वल 3 × 13। 3 नूं 13 नाल मल्टीप्लाई करो तो साढ़े को आंदा 39। सो साढ़े को नंबरस आ गए 39 ते 13। असीं इसनूं चैक भी कर सकते हैं कि उन्होंने कहा ही दोवें नंबर्स का डिफरेंस 26 है तो 39 ते 13 का डिफरेंस जोड़ा होंदा माइनस करन ते साढ़े कोल 26 आंदा है। इस तरह वन नंबर इज़ थ्राइस दी अदर, जो एक नंबर हैगा वो दूसरे नंबर का 3 गुना हैगा तो हैगा जी एक नंबर जोड़ा हैगा साढ़े कोल 13 है तो दूसरा नंबर उसका 3 गुना 13 नूं 3 नाल मल्टीप्लाई करो तो 39 आंदा। सो इस विच ऑप्शन ए जोड़ा सी वो करैक्ट सी। इस तो बाद 28th क्वेश्चन सी ਉਹਦੇ 'ਚ ਉਹਨਾਂ ਨੇ ਕਿਹਾ ਕਿ ਇੱਕ ਬਾਕਸ ਉਹਦੇ 'ਚ 3 ਬਲੂ ਬਾਲਸ ਨੇ 2 ਵਾਈਟ ਬਾਲਸ ਨੇ ਸੌਰੀ ਮਾਰਬਲਸ ਨੇ ਤੇ 4 ਰੈੱਡ ਮਾਰਬਲਸ ਨੇ। ਪਹਿਲੇ ਤਾਂ ਅਸੀਂ ਟੋਟਲ ਮਾਰਬਲਸ ਕੈਲਕੂਲੇਟ ਕਰ ਲਈਏ ਕਿ ਸਾਡੇ ਕੋਲ ਟੋਟਲ ਮਾਰਬਲਸ ਕਿੰਨੇ ਨੇ 3 + 2 + 4 3 + 2 5 5 + 4 9। ਸੋ ਸਾਡੇ ਕੋਲ ਟੋਟਲ 9 ਮਾਰਬਲਸ ਨੇ। ਉਹਨਾਂ ਨੇ ਕਿਹਾ ਇਫ ਅ ਮਾਰਬਲ ਇਜ਼ ਡਰਾਨ ਐਟ ਰੈਂਡਮ ਫਰੋਮ ਦੀ ਬਾਕਸ, ਅਚਨਚੇਤ ਹੀ ਬਕਸੇ ਵਿੱਚੋਂ ਇੱਕ ਬੰਟਾ ਜਿਹੜਾ ਬਾਹਰ ਕੱਢਿਆ ਜਾਂਦਾ ਹੈ ਕੀ ਪ੍ਰੋਬੇਬਿਲਿਟੀ ਹੈ ਕਿ ਉਹ ਵਾਈਟ ਹੋਏਗਾ। सो वाइट मार्बल्स किन्ने साढ़े कोल 2। सो फेवरेबल आउटकम साढ़े कोल हो गए 2 तो टोटल मार्बल साढ़े कोल किन्ने 9। सो टोटल आउटकम साढ़े कोल हो गए 9। सो ये आना सी 2/9 यानी कि 9 चों 2 मार्बल जड़े ने वाइट ने। सो प्रोबेबिलिटी आ गई 2/9। सो ये ऑप्शन नंबर 2 करैक्ट सी। उस तो बाद आ गया बेटा जी 29th क्वेश्चन। वो उन्होंने कहा है कि एक कार्ड ਨੂੰ ਬਾਹਰ ਕੱਢਿਆ ਜਾਂਦਾ ਹੈ ਫੈਂਟੀ ਹੋਈ ਤਾਸ਼ ਵਿੱਚੋਂ 52 ਪੱਤਿਆਂ ਦੀ ਤਾਸ਼ ਵਿੱਚੋਂ ਕੀ ਪ੍ਰੋਬੇਬਿਲਿਟੀ ਉਹ ਫੇਸ ਕਾਰਡ ਹੋਏਗਾ। ਪਹਿਲੇ ਤਾਂ ਪਤਾ ਹੋਣਾ ਚਾਹੀਦਾ ਫੇਸ ਕਾਰਡ ਕਿਹੜੇ ਕਿਹੜੇ ਨੇ ਜੇ, ਠੀਕ ਹੈ ਜੀ, ਕਿਊ ਤੇ ਕੇ ਇਹ ਫੇਸ ਕਾਰਡ ਹੁੰਦੇ ਨੇ। ਕਾਫੀ ਬੱਚੇ ਏ ਨੂੰ ਵੀ ਫੇਸ ਕਾਰਡ ਕਹਿੰਦੇ ਨੇ, ਇਹ ਸਾਡੇ ਕੋਲ ਫੇਸ ਕਾਰਡ ਨਹੀਂ ਹੁੰਦਾ। ਜੇ ਕਿਊ ਤੇ ਕੇ ਸਾਡੇ ਕੋਲ ਫੇਸ ਕਾਰਡ ਨੇ। ਸਾਡੇ ਕੋਲ ਤਾਸ਼ ਦੇ ਪੱਤਿਆਂ ਵਿੱਚ 4 ਜੇ ਹੁੰਦੇ ਨੇ, हर घर च एक जे हुंदा है। ठीक है, इस तरह 4 क्यू हुंदे ने ते 4 के हुंदे ने। सो साडे कोल टोटल फेस कार्ड जिहड़े हुंदे ने 12 हुंदे ने। हुण किन्नियां विचों साडे कोल सानूं प्रोबेबिलिटी किहदी पता करनी है फेस कार्ड दी। सो फेवरेबल आउटकम साडे कोल 12 है ते साडे कोल जिहड़े टोटल कार्ड्स ने वो साडे कोल किन्ने हैगे आ 52 ने। सो 12/52 असीं 4 दे पाड़े ते कट्टीए 4 × 12 4 1 दा 1 4 × 12 सो 3/13। सो ये साढ़े को ऑप्शन बी जोड़ा सी वो करैक्ट सी। उस तो बाद लास्ट क्वेश्चन सी 30th क्वेश्चन। वो साढ़े को 2 डाइस का क्वेश्चन सी। वो डाइस के सानू कलर भी दिते हैं ब्लू ते ग्रीन, 2 साढ़े को डाइस ने वो दोवां नूं इकट्ठे सुट्टिया जाता है। ठीक है जी, कलर इस क्वेश्चन में मैटर नहीं करता, सिर्फ डाइस की गिनती जी वो साडे लई मैटर करती है कि यह 2 डाइस वाला क्वेश्चन है। असी पता करना है कि की प्रोबेबिलिटी है कि सम ऑफ 2 नंबर्स अपेयरिंग ऑन द टॉप ऑफ डाइस इज़ 8, कि दोनों डाइस के जोड़े 2 नंबर्स अपेयर हो रहे हैं उन्हों का जोड़ा जोड़ हैगा वै वो कितना होएगा 8 होना चाहिए। ठीक है जी, सब तो पहले तो असी ये सारे आउटकम्स लिखांगे। आउटकम्स लिखने लिए असी की करांगे, फस्ट डाइस विच 1 तो 6 तक नंबर होंगे है, असी 1 तो 6 तक लिख लाँगे। ठीक है जी, 1 2 3 4 5 6 हॉरिजोंटली भी लिख लाँगे तो दूसरी डाइस लिए भी असी लिख लाँगे वर्टिकली 1 2 3 4 5 6। फिर असी लिख लाँगे कि पहला आउटकम्स की हो सकता साढ़े कोल कि पहले डाइस से भी 1 होवे तो दूसरे डाइस से भी 1 होए। सो 1 1
ਇਸੇ ਤਰ੍ਹਾਂ ਦੂਸਰਾ ਆਊਟਕਮ ਕੀ ਹੋਏਗਾ ਕਿ ਪਹਿਲੇ ਡਾਈਸ ਤੇ 2 ਆਇਆ ਹੋਏ ਤੇ ਦੂਸਰੇ ਡਾਈਸ ਤੇ 1 ਆਇਆ ਹੋਏ, ਯਾਨੀ ਕਿ 2,1। ਇਸੇ ਤਰ੍ਹਾਂ 3,1 4,1 5,1 6,1। ਇਸੇ ਤਰ੍ਹਾਂ ਅਸੀਂ ਇਹ ਸਾਰੀ ਜਿਹੜੀ ਗ੍ਰਿਡ ਹੈ ਉਸਨੂੰ ਕੰਪਲੀਟ ਕਰ ਲਾਂਗੇ ਤੇ ਟੋਟਲ ਅਸੀਂ ਕਾਊਂਟ ਕਰਾਂਗੇ, ਇੱਧਰੋਂ ਦੀ 6 ਤੇ ਇੱਧਰੋਂ ਦੀ 6, 6 ਗੁਣਾ 6, ਸਾਡੇ ਕੋਲ ਟੋਟਲ ਜਿਹੜੇ ਹੈ ਇਹਦੇ ਵਿੱਚ 36 ਆਊਟਕਮਸ, ਠੀਕ ਹੈ ਜੀ, 36 ਆਊਟਕਮਸ ਹੋਣਗੇ। ਹੁਣ ਅਸੀਂ ਫੇਵਰੇਬਲ ਆਊਟਕਮਸ ਪਤਾ ਕਰਨੇ ਆ। ਸਾਡੇ ਲਈ ਫੇਵਰੇਬਲ ਆਊਟਕਮਸ ਉਹ ਨੇ ਜਿਨ੍ਹਾਂ ਦਾ ਜੋੜ ਸਾਡੇ ਕੋਲ ਕਿੰਨਾ ਬਣਦਾ ਹੋਏ 8, ਕਿਉਂਕਿ ਸਵਾਲ 'ਚ ਸਾਨੂੰ 8 ਜੋੜ ਦੀ ਗੱਲ ਕੀਤੀ ਗਈ ਹੈ। ਹੁਣ ਦੇਖੀਏ ਪਹਿਲੀ ਲਾਈਨ 'ਚ ਅਸੀਂ ਅਗਰ ਦੇਖੀਏ, ਪਹਿਲੀ ਲਾਈਨ ਵਿੱਚ 8 ਜੋੜ ਕਿਸੇ ਦਾ ਆਉਂਦਾ, 1 ਤੇ 1 ਨੂੰ ਜੋੜਨ ਤੇ 2 ਆਉਂਦਾ, 2 ਤੇ 1 ਨੂੰ ਜੋੜਨ ਤੇ 3, 3 ਤੇ 1 ਨੂੰ ਜੋੜਨ ਤੇ 4, 4 ਤੇ 1 ਜੋੜਨ ਨੂੰ 5, 5 ਤੇ 1 6, 6 ਤੇ 1 7। ਸੋ ਪਹਿਲੀ ਲਾਈਨ ਵਿੱਚ ਤੇ ਸਾਡੇ ਕੋਲ ਕੋਈ ਫੇਵਰੇਬਲ ਆਊਟਕਮ ਨਹੀਂ ਹੈ। ਹੁਣ ਦੂਸਰੀ ਲਾਈਨ ਵਿੱਚ ਦੇਖੀਏ, ਇਹਦੇ ਵਿੱਚ ਸਾਡੇ ਕੋਲ 6 ਤੇ 2 ਦਾ ਜੋੜ ਜਿਹੜਾ ਵਾ ਉਹ 8 ਆਏਗਾ, ਠੀਕ ਹੈ। ਅਗਲੀ ਲਾਈਨ ਦੇਖੋਗੇ ਤਾਂ ਡਾਇਗਨਲੀ ਤੁਸੀਂ ਮੂਵ ਕਰੋਗੇ ਤਾਂ ਤੁਹਾਨੂੰ ਈਜ਼ਲੀ ਪਤਾ ਲੱਗ ਜਾਏਗਾ। 5 ਤੇ 3 ਦਾ ਜੋੜ ਜਿਹੜਾ ਹੈਗਾ ਉਹ ਕੀ ਆਏਗਾ, ਸਾਡੇ ਕੋਲ 8 ਆਉਂਦਾ। ਇਸੇ ਤਰ੍ਹਾਂ 4 ਤੇ 4 ਦਾ ਜੋੜ ਸਾਡੇ ਕੋਲ ਕੀ ਆਉਂਦਾ, 8 ਆਉਂਦਾ, ਠੀਕ ਹੈ ਜੀ। 3 ਤੇ 5 ਦਾ ਜੋੜ ਸਾਡੇ ਕੋਲ ਕੀ ਆਉਂਦਾ, 8 ਆਉਂਦਾ, ਠੀਕ ਹੈ ਜੀ। ਇੱਕ ਤੇ ਇਸ ਤੋਂ ਬਾਅਦ ਸਾਡੇ ਕੋਲ 2 ਤੇ 6 ਦਾ ਜਿਹੜਾ ਜੋੜ ਹੈ ਉਹ 8 ਆਉਂਦਾ। ਸੋ 2 6 3 5 4 4 5 3 ਤੇ 6 2 ਤੇ ਟੋਟਲ ਆਊਟਕਮਸ ਅਸੀਂ ਕਾਊਂਟ ਕਰ ਲਈ ਕਿੰਨੇ ਹੋਣਗੇ, 1 2 3 4 5। ਸੋ ਸਾਡੇ ਕੋਲ ਇਹ 5 ਆਊਟਕਮਸ ਨੇ ਜਿਨ੍ਹਾਂ ਵਿੱਚ ਜੋੜ ਸਾਡੇ ਕੋਲ 8 ਆਉਂਦਾ ਤੇ ਟੋਟਲ ਆਊਟਕਮ ਸਾਡੇ ਕੋਲ 36 ਨੇ। ਤਾਂ ਸਾਡੇ ਕੋਲ ਆ ਜਾਏਗਾ 5/36। ਸੋ ਇਹਦੇ ਵਿੱਚ ਸਾਡੇ ਕੋਲ ਆਪਸ਼ਨ ਨੰਬਰ 2 ਜਿਹੜਾ ਸੀ ਉਹ ਕਰੈਕਟ ਸੀ। ਇਹ ਤੁਹਾਡੇ ਅੱਜ ਦੇ ਐਗਜ਼ਾਮ ਦਾ ਕੰਪਲੀਟ ਸੋਲਿਊਸ਼ਨ ਸੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਸੋਲਿਊਸ਼ਨ ਸਮਝ ਆਇਆ ਹੋਵੇਗਾ। ਜੇਕਰ ਤੁਹਾਡਾ ਕੋਈ ਡਾਊਟ ਰਿਹਾ ਹੋਵੇਗਾ ਉਹ ਤੁਹਾਡਾ ਦੂਰ ਹੋਇਆ ਹੋਵੇਗਾ। ਅਤੇ ਤੁਹਾਡੇ ਆਉਣ ਵਾਲੇ ਐਗਜ਼ਾਮਸ ਲਈ ਜਿਹੜੇ ਰਿਮੇਨਿੰਗ ਐਗਜ਼ਾਮਸ ਹੈ ਉਹਨਾਂ ਲਈ ਮੇਰੇ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ ਨੇ। ਥੈਂਕਸ ਫॉर ਵਾਚਿੰਗ ਐਂਡ ਹੈਵ ਅ ਵੰਡਰਫੁਲ ਡੇ ਅਹੈਡ।